ਵਾਹਿਗੁਰੂ ਜੀ। ਬਸੰਤ ਹਿੰਡੋਲ ਘਰ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਾਤਾ ਝੂਠੀ ਪਿਤਾ ਪੀ ਝੂਠਾ, ਝੂਠੇ ਹੀ ਫਲ ਲਾਗੇ। ਆਵਹਿ ਝੂਠੇ ਜਾਹੇ ਪੀ ਝੂਠੇ, ਝੂਠੇ ਮਰਹਿ ਆਭਾਗੇ। ਮਾਤਾ ਝੂਠੀ ਪਿਤਾ ਪੀ ਝੂਠਾ, ਝੂਠੇ ਹੀ ਫਲ ਲਾਗੇ। ਆਵਹਿ ਝੂਠੇ ਜਾਹੇ ਪੀ ਝੂਠੇ, ਝੂਠੇ ਮਰਹਿ ਆਭਾਗੇ। ਕਹੋ ਪੰਡਿਤ ਸੂਚਾ ਕਵਨ ਥਾਉ, ਕਹੋ ਪੰਡਿਤ ਸੂਚਾ ਕਵਨ ਠਾਉ। ਜਹਾਂ ਬੈਸ ਹਉ ਭੋਜਨ ਖਾਉ। ਰਹਾਉ ਜਿਹਵਾ ਝੂਠੀ ਬੋਲਤ ਝੂਠਾ, ਕਰਨ ਨੇਤਰ ਸਭ ਝੂਠੇ। ਇੰਦਰੀ ਕੀ ਝੂਠ ਉਤਰਸ ਨਾਹੀ, ਬ੍ਰਹਮ ਅਗਨ ਕੇ ਲੂਠੇ। ਅਗਨ ਪੀ ਝੂਠੀ ਪਾਣੀ ਝੂਠਾ, ਝੂਠੀ ਬੈਸ ਪਕਾਇਆ। ਝੂਠੀ ਕੜਛੀ ਪਰੋਸਨ ਲਾਗਾ, ਝੂਠੇ ਹੀ ਬੈਠ ਖਾਇਆ। ਗੋਬਰ ਝੂਠਾ ਚੌਂਕਾ ਝੂਠਾ, ਝੂਠੀ ਦੀਨੀ ਕਾਰਾ। ਕਹਿ ਕਬੀਰ ਤੇਈ ਨਰ ਸੂਚੇ, ਸਾਚੀ ਪਰੀ ਵਿਚਾਰਾ। ਗੋਬਰ ਝੂਠਾ ਚੌਂਕਾ ਝੂਠਾ, ਝੂਠੀ ਦੀਨੀ ਕਾਰਾ। ਕਹਿ ਕਬੀਰ ਤੇਈ ਨਰ ਸੂਚੇ, ਸਾਚੀ ਪਰੀ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸੁੱਖਾਂ ਦੇ ਦਾਤੇ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਜਹਰਾ ਜਹੂਰ ਅਤੇ ਹਾਜ਼ਰਾ ਹਜੂਰ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਪਰਮ ਪਿਤਾ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਗੁਰੂ ਹਜ਼ੂਰੀ ਵਿੱਚ ਬੈਠ ਕੇ ਹਰ ਜਸ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੇ ਕੀਰਤਨੀਆਂ ਨੇ ਬੜੇ ਪਿਆਰ ਨਾਲ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਆਪ ਜੀ ਜੋ ਹਰ ਰੋਜ਼ ਸੁਣਦੇ ਹੋ, ਉਸ ਦੇ ਨਾਲ ਇਹ ਸੰਬੰਧਿਤ ਪਵਿੱਤਰ ਬਚਨ ਸ੍ਰੀਮਾਨ ਭਗਤ ਕਬੀਰ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਬਸੰਤ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਬਾਬਾ ਕਬੀਰ ਸਾਹਿਬ ਜੀ ਨੇ ਕੁਝ ਅਜਿਹੇ ਅਖੌਤੀ ਧਰਮੀ ਮਨੁੱਖ ਨਾਲ ਗੱਲਬਾਤ ਕਰਦੇ ਹਾਂ ਜੋ ਆਪਣੇ ਆਪ ਨੂੰ ਬੜਾ ਸੁੱਚਾ ਕਹਿਲਾਉਂਦਾ ਹੈ, ਸੁੱਚ ਸੰਜਮ ਰੱਖਦਾ ਹੈ। ਜਦੋਂ ਅਸੀਂ ਧਾਰਮਿਕ ਦੁਨੀਆ 'ਚ ਦੇਖਦੇ ਹਾਂ, ਇੱਥੇ ਝੂਠ, ਸੁੱਚ, ਭਿੱਟ, ਸੂਤ, ਸਾਤ, ਇਹਦੀ ਬੜੀ ਚਰਚਾ ਹੈ। ਝੂਠ ਦਾ ਅਰਥ ਹੁੰਦਾ ਅਪਵਿੱਤਰਤਾ। ਵੈਸੇ ਰੱਬ ਨੇ ਜੋ ਕੁਝ ਬਣਾਇਆ ਹੈ ਸਭ ਕੁਝ ਬਹੁਤ ਵਧੀਆ ਹੈ, ਪਰ ਮਨੁੱਖ ਨੇ ਝੂਠਾ ਕਰ ਦਿੱਤਾ। ਦਰਅਸਲ ਗੁਰਬਾਣੀ ਨੇ ਸਾਨੂੰ ਭਰਮ ਭੇਖ ਤੋਂ ਉੱਚੇ ਉਠਾਇਆ ਹੈ। ਗੁਰਸਿੱਖ ਦੀ ਸਭ ਤੋਂ ਪਹਿਲੀ ਪਹਿਚਾਣ ਹੈ ਭਰਮ ਭੇਖ ਤੇ ਰਹੇ ਨਿਆਰਾ, ਕਿ ਸਿੱਖ ਭਰਮ ਤੋਂ ਭੇਖ ਤੋਂ ਮੁਕਤ ਰਹੇ। ਜਿਹਨੂੰ ਆਪਾਂ ਧਰਮ ਕਹਿੰਦੇ ਨਾ, ਧਰਮ ਦੀ ਦੁਨੀਆ 'ਚ ਭਰਮ ਬੜੇ ਨੇ ਕਿ ਉਹ ਝੂਠਾ ਹੈ, ਉਹ ਮਾੜਾ ਹੈ, ਉਹ ਨੀਵਾਂ ਹੈ, ਇਹ ਦਿਨ ਚੰਗਾ ਹੈ, ਉਹ ਦਿਨ ਮਾੜਾ ਹੈ, ਆ ਮਹੀਨਾ ਚੰਗਾ ਹੈ, ਉਹ ਵਸਤੂ ਚੰਗੀ, ਇਹ ਸਭ ਭਰਮ ਨੇ। ਔਰ ਜ਼ਿਆਦਾਤਰ ਬਹੁਤਾਂਤ ਲੋਕਾਂ ਦੀ ਹੈ ਜਿਹੜੇ ਭਰਮ ਨੂੰ ਹੀ ਧਰਮ ਸਮਝੀ ਬੈਠੇ ਨੇ।
ਤੇ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਅਜਿਹੇ ਭਰਮੀ ਲੋਕਾਂ ਦੀਆਂ ਬੜੀਆਂ ਧੱਜੀਆਂ ਉਡਾਈਆਂ, ਜਿਹੜੇ ਧਰਮ ਦੇ ਨਾਂ ਤੇ ਪਖੰਡ ਕਰਦੇ ਨੇ, ਅੰਦਰ ਉਹਨਾਂ ਦੇ ਕੂੜ ਭਰਿਆ ਹੋਇਆ। ਸਤਿਗੁਰੂ ਜੀ ਕਹਿੰਦੇ ਕਿ ਦਰਅਸਲ ਝੂਠਾ ਕੌਣ ਹੈ? ਜਿਹੜਾ ਝੂਠ ਬੋਲਦਾ ਹੈ। ਝੂਠਾ ਕੌਣ ਹੈ? ਜਿਹੜਾ ਪਰਾਇਆ ਹੱਕ ਖਾਂਦਾ ਹੈ। ਝੂਠਾ ਕੌਣ ਹੈ? ਜਿਹਦੀ ਨਜ਼ਰ ਮੈਲੀ ਹੈ। ਝੂਠਾ ਕੌਣ ਹੈ? ਜਿਹਦੇ ਅੰਦਰ ਹੰਕਾਰ ਹੈ। ਝੂਠਾ ਤੇ ਮਨੁੱਖ ਉਹ ਹੈ। ਅਸੀਂ ਉਵੇਂ ਕਹਿਤਾ ਧਰਤੀ ਝੂਠੀ ਹੈ। ਵੈਸੇ ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਤੁਸੀਂ ਕਿਸੇ ਸੁੱਚ ਨੂੰ ਲੱਭਣ ਜਾਓਗੇ ਤੁਹਾਨੂੰ ਕਿਤੇ ਸੁੱਚ ਨਹੀਂ ਲੱਭੇਗੀ। ਭਗਤ ਜੀ ਦੇ ਪਵਿੱਤਰ ਬਚਨ ਨੇ ਇੱਕ ਥਾਂ ਤੇ, ਜਿੱਥੇ ਕਹਿੰਦੇ ਨੇ ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ, ਉੱਥੇ ਜਾ ਕੇ ਬਚਨਗੇ ਭਾਰ 18 ਸਗਲ ਝੂਠਾਰੇ। ਪਰਮਾਤਮਾ ਜੀ ਕਿਹੜੀ ਚੀਜ਼ ਨਾਲ ਮੈਂ ਤੇਰੀ ਸੇਵਾ ਕਰਾਂ, ਤੇਰੀ ਪੂਜਾ ਕਰਾਂ? ਧਰਤੀ ਤੇ ਹਰ ਚੀਜ਼ ਹੀ ਝੂਠੀ ਹੈ। ਇਸ ਪਵਿੱਤਰ ਮੁਖਵਾਕ ਅੰਦਰ ਬਾਬਾ ਕਬੀਰ ਸਾਹਿਬ ਜੀ ਨੇ ਇੱਕ ਪੰਡਤ ਨਾਲ ਗੱਲ ਕਰਦੇ ਆ, ਜਿਹੜਾ ਝੂਠ, ਸੁੱਚ, ਪਿੱਟ, ਪਾਟ, ਸੂਤਕ ਦੀ ਗੱਲ ਕਰਦਾ ਹੈ। ਉਹਦੇ ਨਾਲ ਚਰਚਾ ਕਰਦਿਆਂ ਸਮਝਾਇਆ ਕਿ ਝੂਠਾ ਹੈ ਕੌਣ ਹੈ, ਇਹ ਝੂਠ ਪੈਂਦੀ ਕਿਵੇਂ ਹੈ। ਝੂਠਾ ਮਨੁੱਖ ਉਦੋਂ ਹੁੰਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਕਿ ਜਦੋਂ ਮਨੁੱਖ ਮਨਮੁਖ ਬਣ ਜਾਏ ਉਹ ਮਨੁੱਖ ਝੂਠਾ ਹੋ ਗਿਆ। ਜਦੋਂ ਪਰਮਾਤਮਾ ਨਾਲ ਟੁੱਟ ਜਾਏ ਮਨੁੱਖ ਉਦੋਂ ਹੀ ਝੂਠਾ ਹੋ ਜਾਂਦਾ। ਗੁਰਬਾਣੀ ਵਿੱਚ ਸਤਿਗੁਰੂ ਜੀ ਦੇ ਬਚਨ ਕਿ ਸੂਚੇ ਇਹ ਨਾ ਆਖੀਐ ਬੈਨ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਈ। ਨਹਾ ਕੇ ਕੁਝ ਸੁੱਚਾ ਨਹੀਂ ਹੋ ਜਾਂਦਾ, ਜਦ ਪਾਣੀ ਕਦੀ ਮਨੁੱਖ ਨੂੰ ਸੁੱਚਿਆ ਨਹੀਂ ਕਰ ਸਕਦਾ। ਸਰੀਰਕ ਸਫਾਈ ਲਈ, ਸਰੀਰਕ ਤੰਦਰੁਸਤੀ ਲਈ ਨਹਾਉਣਾ ਬਹੁਤ ਜ਼ਰੂਰੀ ਹੈ। ਸਫਾਈ ਰੱਖਣੀ ਬਹੁਤ ਜ਼ਰੂਰੀ ਹੈ, ਇਹ ਸਰੀਰਕ ਤੰਦਰੁਸਤੀ ਲਈ ਹੈ। ਪਰ ਕੋਈ ਕਹੇ ਕਿ ਮੈਂ ਕੇਵਲ ਹੱਥ ਧੋ ਕੇ ਬੜਾ ਧਰਮੀ ਬਣ ਗਿਆ, ਨਹਾ ਕੇ ਧਰਮੀ ਬਣ ਗਿਆ। ਸਤਿਗੁਰੂ ਜੀ ਕਹਿੰਦੇ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਸੁੱਚੇ ਉਹ ਨੇ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਵਸਦਾ ਹੈ। ਆਸਾ ਦੀ ਵਾਰ ਬੜੀ ਇਨਕਲਾਬੀ ਬਾਣੀ ਹੈ। ਸਤਿਗੁਰੂ ਜੀ ਨੇ ਇੱਥੇ ਰਾਜਤੰਤਰ, ਧਰਮ ਦੀ ਦੁਨੀਆ 'ਚ ਜੋ ਕੁਝ ਵਾਪਰਦਾ ਨਾ ਉਹਦੀਆਂ ਧੱਜੀਆਂ ਉਡਾ ਦਿੱਤੀਆਂ। ਗੁਰੂ ਸਾਹਿਬ ਜੀ ਦਾ ਇੱਕ ਪਵਿੱਤਰ ਸ਼ਲੋਕ ਜਿੱਥੇ ਕਹਿੰਦੇ ਨੇ ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰ ਨਾ ਜਾਈ, ਧੋਤੀ ਟਿੱਕਾ ਤੈਂ ਜਪ ਮਾਲੀ ਧਾਨ ਮਲੇਛਾਂ ਖਾਈ, ਅੰਤਰ ਪੂਜਾ ਪੜੇ ਕਤੇ ਮੈਂ ਸੰਜਮ ਤੁਰਖਾਂ ਭਾਈ, ਛੋਡੀ ਲੈ ਪਖੰਡਾ ਨਾਮ ਲੈ ਜਾਏ ਤਰੰਦਾ। ਸਤਿਗੁਰੂ ਜੀ ਕਹਿੰਦੇ ਭਾਈ ਧਰਮ ਦੇ ਨਾਂ ਤੇ ਪਖੰਡ ਨਾ ਕਰ, ਪਰਮਾਤਮਾ ਦਾ ਸਿਮਰਨ ਕਰੇਗਾ ਤੇਰਾ ਪਾਰ ਉਤਾਰਾ ਤਾਂ ਹੋਣਾ। ਪ੍ਰਭੂ ਦੀ ਬੰਦਗੀ ਕੀਤਿਆਂ ਤੂੰ ਸਿਰਫ ਇਹ ਗੱਲ ਕਹੇ ਕਿ ਮੈਂ ਗੋਬਰ ਫੇਰ ਦਿੱਤਾ ਹੈ ਹੁਣ ਪਵਿੱਤਰ ਹੋ ਗਿਆ, ਜਾਂ ਮੈਂ ਕੋ ਆ ਚੀਜ਼ ਖਾਸ ਪਾਣੀ ਨਾਲ ਧੋ ਲਈ ਪਵਿੱਤਰ ਹੋ ਗਈ। ਗੁਰੂ ਸਾਹਿਬ ਜੀ ਨੇ ਉਸ ਵੇਲੇ ਜਿਹੜੀ ਗੁਲਾਮ ਮਾਨਸਿਕਤਾ ਸੀ, ਜਦੋਂ ਕੌਮਾਂ ਗੁਲਾਮ ਹੁੰਦੀਆਂ ਨੇ ਕੀ ਹੁੰਦਾ ਹੈ ਕਿ ਉਹ ਦੂਜਿਆਂ ਦੀ ਗੁਲਾਮੀ ਕਰਦੀਆਂ ਨੇ ਤੇ ਐਵੇਂ ਧਰਮ ਦਾ ਪਖੰਡ ਕਰਦੀਆਂ ਨੇ। ਧਰਮ ਮਨੁੱਖ ਨੂੰ ਸਵੈਮਾਨ ਨਾਲ ਜੀਉਣ ਦੀ ਜਾਂਚ ਦੱਸਦਾ ਹੈ। ਧਰਮ ਇਹ ਨਹੀਂ ਹੈ ਕਿ ਅੰਦਰ ਵੜ ਕੇ ਕੋਈ ਪੂਜਾ ਕਰ ਲਈ ਬਾਹਰ ਹੱਥ ਜੋੜ ਕੇ ਤੁਰੇ ਫਿਰੇ, ਇਹ ਧਰਮ ਕੋਈ ਨਹੀਂ ਹੈ। ਧਰਮ ਦਾ ਅਰਥ ਹੈ ਪਰਮਾਤਮਾ ਨਾਲ ਜੁੜਨਾ। ਪਰਮਾਤਮਾ ਨਿਰਭਉ ਹੈ, ਪਰਮਾਤਮਾ ਨਿਰਵੈਰ ਹੈ, ਪਰਮਾਤਮਾ ਸਹਿਬੰਗ ਸੁਤੰਤਰ ਹੈ, ਪਰਮਾਤਮਾ ਆਜ਼ਾਦ ਹੈ। ਤੇ ਧਰਮ ਨਾਲ ਜੁੜਨ ਦਾ ਅਰਥ ਹੈ ਕਿ ਮਨੁੱਖ ਦੀ ਸੁਰਤ ਆਜ਼ਾਦ ਹੋ ਜਾਏ। ਧਰਮ ਨਾਲ ਜੁੜਨ ਦਾ ਅਰਥ ਹੈ ਕਿ ਮਨੁੱਖ ਸਵੈਮਾਨ ਦੇ ਨਾਲ ਸਿਰ ਉੱਚਾ ਕਰਕੇ ਧਰਤੀ ਤੇ ਸੱਚ ਦੀ ਖਾਤਰ ਤੁਰੇ, ਸੱਚ ਦਾ ਸਾਥ ਦੇਵੇ। ਸਤਿਗੁਰੂ ਜੀ ਕਹਿੰਦੇ ਜੇ ਇਹ ਭਾਵਨਾ ਨਹੀਂ ਹੈ ਫਿਰ ਪਤ ਵਿਣ ਪੂਜਾ ਸਤ ਵਿਣ ਸੰਜਮ ਜਤ ਵਿਣ ਕਾਹੇ ਜਿਨੇਊ। ਉਹ ਰੱਬ ਦੀ ਪੂਜਾ ਕਰਦੇ ਜੇ ਤੁਹਾਡੇ ਅੰਦਰ ਆਤਮ ਸਨਮਾਨ ਨਹੀਂ ਹੈ, ਸਵੈਮਾਨ ਨਹੀਂ ਹੈ, ਤੇ ਇਹ ਪੂਜਾ ਦਾ ਅਰਥ ਹੀ ਕੀ ਹੈ? ਅੰਤਰ ਪੂਜਾ ਪੜੇ ਕਤੇਬਾ ਸੰਜਮ ਤੁਰਕਾ ਭਾਈ। ਲੋਕ ਕੇ ਤੂੰ ਪੂਜਾ ਕਰਦੇ, ਬਾਹਰੋਂ ਦਿਖਾਵਾ ਤੁਰਕਾਂ ਨੂੰ ਖੁਸ਼ ਕਰਨ ਲਈ ਉਹਨਾਂ ਵਾਲੀਆਂ ਗੱਲਾਂ ਕਰੀ ਜਾਂਦੇ। ਸੰਜਮ ਬੋਲ ਚਾਲ ਰਹਿਣ ਮਹਿਣ ਤੇਰਾ ਉਹ ਜਿਹਾ ਹੈ। ਛੋਡੀ ਲੈ ਪਖੰਡਾ, ਇਹ ਪਖੰਡ ਛੱਡ ਦੇ, ਪਰਮਾਤਮਾ ਦਾ ਸਿਮਰਨ ਕਰ। ਤੇ ਸਤਿਗੁਰੂ ਜੀ ਨੇ ਉਹਨਾਂ ਦੀ ਗੱਲ ਕਰਦੇ ਆ ਜਿਹੜੇ ਆਪਣੇ ਆਪ ਨੂੰ ਬੜੇ ਧਰਮੀ ਖਵਾਉਂਦੇ ਨੇ, ਪਰ ਕੁਝ ਉਹ ਲੋਕ ਜਿਹੜੇ ਮਨੁੱਖਤਾ ਦਾ ਖੂਨ ਪੀਂਦੇ ਨੇ, ਮਨੁੱਖਤਾ ਨੂੰ ਜੋਕਾਂ ਵਾਂਗੂ ਚੰਬੜੇ ਨੇ, ਉਹਨਾਂ ਦੀ ਫਿਰ ਜੈ ਜੈਕਾਰ ਕਰਦੇ ਨੇ। ਸਿਰਫ ਤਾਂ ਸਿਰਫ ਆਪਣੀ ਰੋਜੀ ਰੋਟੀ ਦੀ ਖਾਤਰ ਉਹਨਾਂ ਦੇ ਅੱਗੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ। ਮਾਨਸ ਖਾਣੇ ਕਰੇ ਨਿਵਾਜ ਤਿਨ ਕਰ ਬ੍ਰਾਹਮਣ ਪੂਰੇ ਨਾਦ, ਉਹਨਾਂ ਪਿਆਵੇਂ ਉਹੀ ਸਾਧ, ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਹਾਰ। ਸਤਿਗੁਰੂ ਸਾਹਿਬ ਜੀ ਕਹਿੰਦੇ ਮਾਨਸ ਖਾਣਿਆਂ ਦੇ ਘਰਾਂ 'ਚ ਜਾ ਕੇ
ਇੱਕ ਬੰਨੇ ਅਸੀਂ ਕਹੀਏ ਮਲੇਸ਼ ਨੇ, ਇੱਕ ਬੰਨੇ ਕਈ ਲੋਕਾਂ ਦਾ ਖੂਨ ਪੀਂਦੇ ਨੇ, ਇੱਕ ਬੰਨੇ ਕਈ ਲੋਕਾਂ ਤੇ ਜ਼ੁਲਮ ਕਰਦੇ ਨੇ। ਫਿਰ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਜੈ ਜੈਕਾਰ ਕਰੀਏ, ਉਹਨਾਂ ਦੀਆਂ ਚੜ੍ਹਦੀ ਕਲਾ ਦੀਆਂ ਅਸੀਂ ਅਰਦਾਸਾਂ ਕਰੀਏ। ਸਤਿਗੁਰੂ ਜੀ ਕਹਿੰਦੇ ਤਿਨਾਂ ਵੀ ਆਵੇ ਉਹੀ ਸਾਧ, ਉਹਨਾਂ ਨੂੰ ਵੀ ਉਹੀ ਸਵਾਦ ਆਏਗਾ ਜੋ ਲੋਕਾਂ ਮਾਨਸ ਖਾਣਿਆਂ ਨੇ ਲੋਕਾਂ ਦਾ ਖੂਨ ਪੀਤਾ ਹੈ ਨਾ, ਚੂਸਿਆ ਹੈ, ਉਹਨਾਂ ਦੀ ਰੋਚੀ ਰੋਟੀ ਖਾ ਕੇ ਇਹਨਾਂ ਦੀ ਵੀ ਬਿਰਤੀ ਉਹੋ ਜਿਹੀ ਬਣ ਜਾਏਗੀ। ਕੂੜ ਬੋਲ ਕਰੇ ਹਾਰ, ਕੂੜੀ ਰਾਸ ਕੂੜਾ ਵਪਾਰ। ਸਤਿਗੁਰੂ ਜੀ ਕਹਿੰਦੇ ਭਾਵੇਂ ਬੰਦਾ ਜਿੰਨਾ ਮਰਜ਼ੀ ਧਰਮੀ ਬਣ ਜੇ, ਇਹਦੀ ਰਾਸ ਕੂੜੀ ਹੈ, ਇਹ ਕੂੜਾ ਆਹਾਰ ਕਰ ਰਿਹਾ ਹੈ, ਕੂੜ ਝੂਠ ਬੋਲਦਾ ਹੈ, ਝੂਠ ਬੋਲ ਬੋਲ ਕੇ ਆਪਣਾ ਗੁਜ਼ਰਾਨ ਕਰ ਰਿਹਾ ਹੈ। ਅੰਦਰ ਧਰਮੀ ਹੈ, ਬਾਹਰੋਂ ਲੋਕਾਂ ਦੀ ਖੁਸ਼ਾਮਦ ਕਰਦਾ ਹੈ। ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਸਤਿਗੁਰੂ ਜੀ ਨੇ ਅੱਗੇ ਬਚਨ ਕਹੇ ਨੇ ਕਿ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ, ਦੇਖੈ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ, ਕੁੜਿਆਰ ਮਤ ਪਿੱਟੇ ਵੇ ਮਤ ਪਿੱਟੇ, ਇਹ ਅੰਨ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇਨ। ਸਤਿਗੁਰੂ ਜੀ ਕਹਿੰਦੇ ਮੂੰਹ ਜੂਠੇ ਚੂਲੀ ਭਰੇਨ, ਕਹੋ ਨਾਨਕ ਸੱਚ ਤੇ ਆਈਐ, ਸੁੱਚ ਹੋਵੇ ਤਾਂ ਸੱਚ ਪਾਈਐ। ਸੁੱਚ ਤਾਂ ਹੁੰਦੀ ਹੈ ਜੇ ਸੱਚ ਮਿਲ ਜਾਏ, ਸੱਚ ਦਾ ਸਿਮਰਨ ਕਰਦਿਆਂ ਮਿਲਦਾ ਸੱਚ। ਸੁੱਚ ਹੋਵੇ ਤਾਂ ਸੁੱਚ ਹੁੰਦੀ ਹੈ ਜੇ ਸੱਚ ਹਿਰਦੇ ਚ ਵਸ ਜਾਏ। ਤੇ ਸਤਿਗੁਰੂ ਜੀ ਕਹਿੰਦੇ ਉਵੇਂ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਜੋ ਹਲਾਲ ਕੀਤਾ ਮੁਸਲਮਾਨਾਂ ਦੀ ਰੀਤੀ ਅਨੁਸਾਰ ਤੋਂ ਬੱਕਰਾ ਖਾ ਰਹੇ, ਤੇ ਉਵੇਂ ਚੌਂਕੇ ਦੀਆਂ ਲਕੀਰਾਂ ਕੱਢੀਆਂ ਹੋਈਆਂ ਨੇ ਕਿ ਮੈਂ ਬੜਾ ਸੁੱਚਾ ਬਣਾ ਦਿੱਤਾ ਚੌਂਕਾ, ਗੋਬਰ ਫੇਰ ਦਿੱਤਾ ਹੈ, ਚੌਂਕੇ ਤੇ ਕੋਈ ਨਾ ਜਾਏ। ਸਤਿਗੁਰੂ ਸਾਹਿਬ ਜੀ ਕਹਿੰਦੇ ਆਪ ਤੂੰ ਝੂਠਾ ਹੈ, ਆਪ ਤੂੰ ਝੂਠ ਬੋਲਦਾ ਹੈ। ਮਨ ਝੂਠੇ ਚੂਲੀ ਪ੍ਰੇਮ, ਮੁਖ ਝੂਠੇ ਚੂਲੀ ਪ੍ਰੇਮ, ਮੂੰਹ ਤੋਂ ਤੂੰ ਝੂਠ ਬੋਲਦਾ ਹੈ ਤੇ ਉਵੇਂ ਤੂੰ ਕਹਿੰਦਾ ਕਿ ਮੈਂ ਬੜੀਆਂ ਚੂਲੀਆਂ ਸੁੱਚ ਸੰਜਮਨੀ ਭਰ ਲਿਆ। ਸਤਿਗੁਰੂ ਸਾਹਿਬ ਜੀ ਕਹਿੰਦੇ ਇਵੇਂ ਗੋਬਰ ਫੇਰਿਆਂ, ਇਵੇਂ ਨਾਤਿਆਂ, ਇਵੇਂ ਲਕੀਰਾਂ ਕੱਢੀਆਂ ਸੁੱਚੇ ਨਹੀਂ ਹੋ ਜਾਣਾ। ਸੁੱਚਾ ਕਦੋਂ ਹੁੰਦਾ? ਜਦੋਂ ਮਨੁੱਖ ਦੇ ਅੰਦਰ ਸੱਚ ਵਸ ਜਾਏ, ਪਰਮਾਤਮਾ ਵਸ ਜਾਏ, ਪ੍ਰਭੂ ਦੀ ਯਾਦ ਵਸ ਜਾਏ। ਸਤਿਗੁਰੂ ਨਾਨਕ ਸਾਹਿਬ ਜੀ ਦਾ ਵਿਵਾਹ ਪਿਆ, ਹਰਿਦੁਆਰ ਗਏ, ਭਾਈ ਮਰਦਾਨਾ ਜੀ ਨੂੰ ਸਤਿਗੁਰੂ ਜੀ ਨੇ ਕਿਹਾ ਉਹ ਸਾਹਮਣੇ ਧੂਣੀ ਤਪ ਰਹੀ ਹੈ ਸਾਧੂ ਦੀ, ਉੱਥੋਂ ਅੱਗ ਲੈ ਆ, ਪਰ ਰੋਟੀ ਪਾਣੀ ਬਣਾ ਲਈਏ। ਮਾਨਯੋਗ ਭਾਈ ਬਾਲਾ ਜੀ ਗੁਰੂ ਕੇ ਮਰਦਾਨਾ ਜੀ ਗੁਰੂ ਕੇ ਬਚਨ ਮੰਨ ਕੇ ਚਲੇ ਗਏ। ਜਿਸ ਵੇਲੇ ਮਰਦਾਨਾ ਜੀ ਗਏ, ਸਾਧੂ ਨੇ ਦੇਖਿਆ, ਲੋਕਾਂ ਨੂੰ ਪਤਾ ਸੀ ਕਿ ਨਾਨਕ ਜੀ ਦਾ ਇਹ ਸਾਥੀ ਜਿਹੜਾ ਮਿਰਾਸੀ ਹੈ, ਕਿਉਂਕਿ ਉਸ ਵੇਲੇ ਉਹ ਲੋਕ ਜਾਤ ਪਾਤ ਵਰਨ ਵਣ ਦੇ ਅਸਰ ਹੇਠ ਕਿਸੇ ਨੂੰ ਉੱਚਾ ਕਿਸੇ ਨੂੰ ਨੀਵਾਂ ਗਿਣਦੇ ਸਨ, ਕਿਸੇ ਨੂੰ ਸੂਦਰ ਗਿਣਦੇ ਸਨ। ਜਿਸ ਵੇਲੇ ਸਾਧੂ ਨੇ ਦੇਖਿਆ ਇਹ ਮਰਦਾਨਾ ਨਾਨਕ ਜੀ ਦਾ ਸਾਥੀ, ਸਤਿਗੁਰੂ ਜੀ ਨੂੰ ਅੱਗ ਹੋਰ ਵੀ ਕਿਤੇ ਮਿਲ ਸਕਦੀ ਸੀ। ਸਤਿਗੁਰੂ ਜੀ ਨੇ ਦਰਅਸਲ ਇਹ ਤੇ ਇੱਕ ਪਾਜ ਉਗਾੜਨ ਦੇ ਲਈ ਕਾਰਜ ਕੀਤਾ ਸੀ। ਸਾਧੂ ਨੇ ਦੇਖਿਆ ਮਰਦਾਨਾ ਜੀ ਆ ਗਏ ਨੇ, ਮਰਦਾਨਾ ਜੀ ਨੇ ਅੱਗ ਮੰਗੀ ਨੇੜੇ ਜਾ ਕੇ ਕਿ ਸਾਧੂ ਜੀ ਅੱਗ ਚਾਹੀਦੀ ਹੈ। ਤੇ ਸਾਧੂ ਲਾਲ ਪੀੜਾ ਹੋ ਕੇ ਗੁੱਸੇ 'ਚ ਬਲਦਾ ਬਲਦਾ ਚੋ ਲੈ ਕੇ ਭਾਈ ਮਰਦਾਨਾ ਜੀ ਦੇ ਮਗਰ ਭੱਜਿਆ। ਅੱਗੇ ਅੱਗੇ ਮਰਦਾਨਾ ਜੀ, ਮਗਰ ਮਗਰ ਉਹ ਸਾਧੂ। ਮਰਦਾਨਾ ਸਤਿਗੁਰੂ ਜੀ ਦੇ ਚਰਨਾਂ 'ਚ ਵਾਹੋ ਦਾਹੀ ਸਾਹੋ ਸਾਹ ਹੋਇਆ, ਆ ਕੇ ਡਿੱਗ ਪਿਆ। ਪਾਤਸ਼ਾਹ ਅੱਗ ਲੈਣ ਭੇਜਿਆ ਸੀ, ਅੱਗ ਤੇ ਮਗਰ ਹੀ ਭੱਜੀ ਆਉਂਦੀ ਹੈ। ਸਤਿਗੁਰੂ ਸਾਹਿਬ ਜੀ ਉਸ ਲਾਲ ਪੀੜੇ ਹੋਏ, ਲੋਹੇ ਲਾਖੇ ਹੋਏ ਮਹਾਤਮਾ ਨੂੰ ਦੇਖ ਕਹਿਣਗੇ, ਮਹਾਤਮਾ ਜੀ ਇੰਨਾ ਗੁੱਸਾ ਕਾਰਨ ਕੀ ਹੈ? ਕਹਿਣਗੇ ਤੁਹਾਡੇ ਇਸ ਰਬਾਬੀ ਨੇ ਮੇਰਾ ਚੌਂਕਾ ਝੂਠਾ ਕਰ ਦਿੱਤਾ। ਸਤਿਗੁਰੂ ਜੀ ਕਹਿੰਦੇ ਇਹਨੇ ਕਿੱਦਾਂ ਝੂਠਾ ਕਰਤਾ? ਕਹਿਣਗੇ ਨੀਵੀਂ ਜਾਤ ਦਾ, ਇਹ ਮੇਰੇ ਚੌਂਕੇ ਤੇ ਆਇਆ ਦਾ ਪਰਛਾਵਾਂ ਪਿਆ, ਅੰਦਰ ਨਹੀਂ ਵੜਿਆ, ਪਰਛਾਵਾਂ ਪਿਆ, ਇਹਦੇ ਪਰਛਾਵੇਂ ਨਾਲ ਚੌਂਕਾ ਪਿੱਟਿਆ ਗਿਆ। ਸਤਿਗੁਰੂ ਜੀ ਕਹਿੰਦੇ ਚੌਂਕਾ ਪਵਿੱਤਰ ਸੀ ਪਹਿਲਾਂ? ਕਹਿੰਦੇ ਜੀ ਗੰਗਾ ਦੇ ਪਾਣੀ ਨਾਲ ਸਫਾਈ ਕਰਕੇ ਤਿਆਰ ਕੀਤਾ, ਲਕੀਰਾਂ ਕੱਢੀਆਂ, ਭਾਂਡੇ ਗੰਗਾ ਦੇ ਪਾਣੀ ਨਾਲ ਧੋਤੇ, ਗੰਗਾ ਦੇ ਪਾਣੀ ਨਾਲ ਲੱਕੜਾਂ ਧੋਤੀਆਂ, ਹਰ ਚੀਜ਼ ਗੰਗਾ ਦੇ ਪਾਣੀ ਨਾਲ ਪਵਿੱਤਰ ਕੀਤੀ। ਨਹਾ ਕੇ ਆਇਆ, ਕੱਪੜੇ ਗੰਗਾ ਦੇ ਪਾਣੀ ਨਾਲ ਧੋਂਦਾ, ਇਹ ਤੋਂ ਵੱਡੀ ਪਵਿੱਤਰਤਾ ਕੀ ਹੋ ਸਕਦੀ ਹੈ? ਸਤਿਗੁਰੂ ਜੀ ਕਹਿੰਦੇ ਸੰਤ ਜੀ ਇਹ ਚੌਂਕਾ ਮਰਦਾਨਾ ਜੀ ਨੇ ਪਿੱਟਿਆ, ਚੌਂਕਾ ਤੁਹਾਡੇ ਕੋਲੇ ਪਿੱਟਿਆ ਗਿਆ। ਕਹਿਣ ਲੱਗਾ ਮੈਂ ਕਿਵੇਂ ਪਿੱਟਿਆ? ਕਹਿੰਦੇ ਤੇਰੇ ਅੰਦਰ ਈਰਖਾ, ਤੇਰੇ ਅੰਦਰ ਨਫ਼ਰਤ, ਤੇਰੇ ਅੰਦਰ ਕ੍ਰੋਧ, ਤੇਰੇ ਅੰਦਰ ਖੋਟੀ ਅੱਗ, ਇਹ ਸਭ ਕੁਝ ਨੇ ਤੇ ਪਹਿਲਾਂ ਤੈਨੂੰ ਪਿੱਟਿਆ ਤੇ ਤੇਰੇ ਕਰਕੇ ਚੌਂਕਾ ਪਿੱਟਿਆ ਗਿਆ। ਕਬੁੱਧ ਡੂਮਣੀ, ਕੁਦਇਆ, ਕਸਾਇਣ, ਪਰ ਨਿੰਦਾ, ਮੁਖ ਚੂੜੀ, ਅੰਤਰ ਕ੍ਰੋਧ ਚੰਡਾਲ, ਕਾਰੀ ਕੰਡੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ, ਪਰ ਨਿੰਦਾ ਘਟ ਚੂੜੀ, ਮੁੱਠੀ ਕ੍ਰੋਧ ਚੰਡਾਲ। ਸਤਿਗੁਰੂ ਜੀ ਕਹਿੰਦੇ ਕਿ ਤੇਰੇ ਅੰਦਰ ਖੋਟੀ ਮੱਤ ਡੂਮਣੀ ਹੈ। ਕੁਦਇਆ, ਕੁਦਇਆ ਦਾ ਅਰਥ ਕਿ ਲੋਕਾਂ ਤੇ ਤਰਸ ਨਾ ਕਰਨਾ, ਲੋਕਾਂ ਤੇ ਦਇਆ ਨਾ ਕਰਨੀ। ਧਰਮੀ ਬੰਦਾ ਤੇ ਬੜਾ ਦਇਆਵਾਨ ਹੋਣਾ ਚਾਹੀਦਾ, ਜੇ ਕਿਸੇ ਕੋ ਗਲਤੀ ਹੋ ਜਾਏ ਤੇ ਉਹਨੂੰ ਪਿਆਰ ਨਾਲ ਸਮਝਾਏ।
ਜੇ ਧਰਮੀ ਬੰਦਾ ਹੀ ਬਲ ਦੀ ਅੱਗ ਲੈ ਕੇ ਕਿਸੇ ਦੇ ਮਗਰ ਭੱਜੇਗਾ ਤੇ ਆਮ ਸੰਸਾਰੀ ਲੋਕਾਂ ਦਾ ਕੀ ਹਾਲ ਹੋਵੇਗਾ। ਜੇ ਧਰਮੀ ਬੰਦੇ 'ਚ ਹੀ ਇੰਨਾ ਕ੍ਰੋਧ ਹੋਏਗਾ ਤੇ ਆਮ ਦੁਨਿਆਵੀ ਲੋਕਾਂ ਦਾ ਕੀ ਹਾਲ ਹੋਏਗਾ। ਸਤਿਗੁਰੂ ਜੀ ਕਹਿੰਦੇ ਜਿਹੜੀ ਤੇਰੇ ਅੰਦਰ ਕੋਦਇਆ ਹੈ, ਲੋਕਾਂ ਤੇ ਉੱਪਰ ਗੁੱਸਾ ਕਰਨ ਵਾਲੀ ਭਾਵਨਾ ਹੈ, ਤੇ ਕਸਾਇਣ ਹੈ, ਦੂਜਿਆਂ ਦੀ ਨਿੰਦਾ ਕਰਨ ਵਾਲੀ ਤੇਰੇ ਅੰਦਰ ਬਿਰਤੀ ਨੀਵੀਂ ਬੈਠੀ ਹੋਈ ਹੈ, ਕ੍ਰੋਧ ਰੂਪੀ ਚੰਡਾਲ ਤੇ ਅੰਦਰ ਬੈਠਾ ਹੋਇਆ। ਜੋ ਤੂੰ ਇੰਨਾ ਕੁਝ ਕਰ ਰਿਹਾ ਹੈ ਤੇ ਲਕੀਰਾਂ ਦਾ ਅਰਥ ਹੀ ਕੀ ਰਹਿ ਜਾਂਦਾ। ਸਤਿਗੁਰੂ ਜੀ ਕਹਿੰਦੇ ਝੂਠਾ ਤੇ ਬੰਦਾ ਉਦੋਂ ਹੀ ਹੋ ਜਾਂਦਾ ਜਦੋਂ ਉਹਦੇ ਅੰਦਰ ਝੂਠ ਵਸ ਜਾਂਦਾ ਹੈ, ਜਦੋਂ ਉਹਦੇ ਅੰਦਰ ਕ੍ਰੋਧ ਆ ਜਾਂਦਾ ਹੈ, ਜਦੋਂ ਉਹਦੇ ਅੰਦਰ ਈਰਖਾ ਆ ਜਾਂਦੀ। ਝੂਠਾ ਤੇ ਬੰਦਾ ਉਦੋਂ ਹੀ ਹੋ ਜਾਂਦਾ। ਇਹਨਾਂ ਲਕੀਰਾਂ ਦਾ ਅਰਥ ਕੋਈ ਨਹੀਂ। ਦੇਖੋ, ਬਾਹਰੀ ਤੌਰ ਤੇ ਸਾਫ਼ ਸਫਾਈ ਹੋਣੀ ਬਹੁਤ ਜ਼ਰੂਰੀ ਹੈ, ਬੜੀ ਚੰਗੀ ਗੱਲ ਹੈ, ਲੇਕਿਨ ਸਫਾਈ ਦਾ ਅਰਥ ਇਹ ਨਹੀਂ ਕਿ ਅਸੀਂ ਸੁੱਚੀ ਹੋ ਗਏ। ਸੁੱਚ ਦਾ ਸਫਾਈ ਨਾਲ ਕੋਈ ਸੰਬੰਧ ਨਹੀਂ ਹੈ। ਸੁੱਚਾ ਤੇ ਬੰਦਾ ਉਦੋਂ ਹੋਏਗਾ ਜਦੋਂ ਮਨੁੱਖ ਦੇ ਅੰਦਰ ਸੱਚ ਵਸੇਗਾ। ਗੁਰਬਾਣੀ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ, ਨਾਨਕ ਨਿਗੁਰਿਆ ਗੁਣ ਨਹੀਂ ਕੋਈ, ਮਨ ਝੂਠਾ ਮੂੰਹ ਝੂਠੇ ਹੋਈ। ਜਦੋਂ ਮਨ ਝੂਠਾ ਹੋ ਗਿਆ, ਮਨੁੱਖ ਦਾ ਮੂੰਹ ਆਪਣੇ ਆਪ ਹੀ ਝੂਠਾ ਹੋ ਗਿਆ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਪਵਿੱਤਰ ਬਾਣੀ ਅੰਦਰ ਇਹ ਜਿਹੜੇ ਭਰਮ ਪਖੰਡ ਲੋਕਾਂ ਨੇ ਧਰਮ ਦੇ ਨਾਂ ਤੇ ਬਣਾਏ ਨੇ, ਅੱਜ ਅਸੀਂ ਆਪਣੇ ਸਮਾਜ 'ਚ ਵੀ ਦੇਖਦੇ ਹਾਂ। ਸਿੱਖ ਵੀ ਉਹਨਾਂ ਰਾਹਾਂ ਤੇ ਹੀ ਤੁਰ ਪਿਆ, ਉਹਦਾ ਹੱਥ ਲੱਗ ਗਿਆ, ਝੂਠਾ ਹੋ ਗਿਆ। ਜਾਂ ਇੱਥੇ ਇਹ ਲੋਕ ਨੇ, ਇੱਥੋਂ ਮੈਂ ਪ੍ਰਸ਼ਾਦ ਨਹੀਂ ਲੈਣਾ, ਇੱਥੋਂ ਮੈਂ ਲੰਗਰ ਨਹੀਂ ਛਕਣਾ। ਸਿੱਖੀ ਦਾ ਮਾਰਗ ਭਰਮ ਭੇਖ ਤੋਂ ਮੁਕਤ ਸੀ। ਅਸੀਂ ਭਰਮ ਭੇਖ ਨੂੰ ਹੀ ਧਰਮ ਬਣਾ ਲਿਆ। ਸਤਿਗੁਰੂ ਬਾਬਾ ਕਬੀਰ ਸਾਹਿਬ ਜੀ ਇਸ ਮੁਖਵਾਕ ਦੇ ਰਾਹੀਂ ਗੱਲ ਭਾਵੇਂ ਇੱਕ ਪੰਡਤ ਨਾਲ ਕਰ ਰਹੇ ਨੇ, ਪਰ ਸਮਝਾਉਂਦੇ ਸਾਨੂੰ ਸਾਰਿਆਂ ਨੂੰ ਨੇ। ਇਹ ਗੁਰਬਾਣੀ ਸਮੁੱਚੀ ਮਾਨਵਤਾ ਨੂੰ ਦੀ ਹੈ। ਸਤਿਗੁਰੂ ਜੀ ਦਾ ਬਚਨ ਹੈ ਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਇਹ ਜਿਹੜੇ ਬਚਨ ਨੇ ਇਹ ਸਮੁੱਚੀ ਮਾਨਵਤਾ ਦੇ ਲਈ। ਧਰਮ ਦੀ ਦੁਨੀਆ 'ਚ ਜਿਹੜਾ ਵੀ ਮਨੁੱਖ ਅਡੰਬਰ ਕਰੇਗਾ, ਉਹ ਭਾਵੇਂ ਕਿਸੇ ਵੀ ਤਰ੍ਹਾਂ ਦਾ ਹੋਵੇ, ਉਹ ਹਰ ਮਨੁੱਖ ਦੇ ਲਈ ਇਹ ਪਵਿੱਤਰ ਬਾਣੀ ਹੈ ਕਿ ਸੁੱਚ ਪ੍ਰਾਪਤ ਕਿਵੇਂ ਕੀਤੀ ਜਾ ਸਕਦੀ ਹੈ। ਅਸੀਂ ਕਿੰਨੇ ਕੁ ਝੂਠੇ ਹਾਂ, ਸਾਡੀ ਝੂਠ ਤਾਂ ਲੱਥ ਹੀ ਨਹੀਂ ਸਕਦੀ ਜਿੰਨੇ ਅਸੀਂ ਝੂਠੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਬਚਨ ਬਖਸ਼ਿਸ਼ ਕਰ ਰਹੇ ਨੇ, ਆਓ ਆਪਾਂ ਗੁਰੂ ਕੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਗੁਰੂ ਪਿਆਰ ਵਿੱਚ ਜੁੜਦੇ ਹਾਂ, ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਬਸੰਤ ਹਿੰਡੋਲ ਘਰ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਭਗਤ ਕਬੀਰ ਸਾਹਿਬ ਜੀ ਦੇ ਇਹ ਪਵਿੱਤਰ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1195 ਤੇ ਸੁਭਾਇਮਾਨ ਨੇ। ਬਸੰਤ ਹਿੰਡੋਲ ਰਾਗ ਵਿੱਚ ਦੂਸਰੇ ਕਾਰ 'ਚ ਇਹ ਬਚਨ ਬਾਬਾ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਨੇ। ਆਰੰਭ ਵਿੱਚ ਗੁਰੂ ਸਾਹਿਬ ਜੀ ਨੇ ਮੰਗਲਾਚਰਨ ਅੰਕਿਤ ਕੀਤਾ ਹੈ। ਜਦੋਂ ਵੀ ਨਵਾਂ ਰਾਗ ਸ਼ੁਰੂ ਹੁੰਦਾ ਹੈ, ਨਵਾਂ ਘਰ ਸ਼ੁਰੂ ਹੁੰਦਾ ਹੈ, ਨਵੀਂ ਬਾਣੀ ਸ਼ੁਰੂ ਹੁੰਦੀ ਹੈ, ਨਾ ਨਵੇਂ ਬਾਣੀਕਾਰ ਦੀ ਬਾਣੀ ਸ਼ੁਰੂ ਹੁੰਦੀ ਹੈ, ਨਵਾਂ ਰਾਗ ਸ਼ੁਰੂ ਹੁੰਦਾ ਹੈ, ਉਦੋਂ ਸਤਿਗੁਰੂ ਜੀ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਮੰਗਲਾਚਰਨ ਬਖਸ਼ਿਸ਼ ਕੀਤਾ ਹੈ। ਸਾਹਿਬ ਕਹਿੰਦੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਬ੍ਰਹਮ ਸਰੂਪ ਪ੍ਰਮਾਤਮਾ ਕੇਵਲ ਇੱਕ ਹੈ, ਨਿਰੰਤਰ ਜੀਵਾਂ 'ਚ ਰਮਿਆ ਹੋਇਆ ਹੈ, ਪਰ ਅਜਿਹਾ ਪ੍ਰਮਾਤਮਾ ਗੁਰੂ ਦੀ ਬਖਸ਼ਿਸ਼ ਸਦਕਾ ਮਿਲਦਾ ਹੈ। ਮਾਤਾ ਝੂਠੀ ਪਿਤਾ ਪੀ ਝੂਠਾ, ਝੂਠੇ ਹੀ ਫਲ ਲਾਗੇ। ਬਾਬਾ ਕਬੀਰ ਸਾਹਿਬ ਜੀ ਇਸ ਮੁੱਖ ਵਾਕ ਦੀਆਂ ਜੋ ਕੇਂਦਰੀ ਪੰਕਤੀਆਂ ਨੇ, ਉੱਥੋਂ ਸ਼ੁਰੂ ਕਰਦੇ ਕਿ ਕਹੋ ਪੰਡਤ ਸੂਚਾ ਕਵਨ ਠਾਉ। ਪੰਡਤ ਜੀ ਤੁਸੀਂ ਕਿਹੜੇ ਥਾਂ ਨੂੰ ਸੂਚਾ ਗਿਣੋਗੇ? ਕਿਉਂਕਿ ਕਈ ਲੋਕ ਰੋਟੀ ਪਾਣੀ ਖਾਣ ਲੱਗਿਆਂ, ਬੈਠਣ ਲੱਗਿਆਂ ਬੜੀ ਵਿਚਾਰ ਕਰਦੇ, ਆਹ ਥਾਂ ਚੰਗਾ, ਇਹ ਮਾੜਾ ਹੈ। ਸਾਫ ਸਫਾਈ ਹੋਣੀ ਬਹੁਤ ਜ਼ਰੂਰੀ ਹੈ। ਜਿੱਥੇ ਵੀ ਅਸੀਂ ਬੈਠਣਾ ਹੈ, ਭੋਜਨ ਕਰਨਾ ਹੈ, ਜਾਂ ਤਿਆਰ ਕਰਨਾ ਹੈ, ਜਾਂ ਅਸੀਂ ਰਹਿਣਾ ਹੈ, ਉੱਥੇ ਸਾਫ ਸਫਾਈ ਹੋਣੀ ਤੇ ਬਹੁਤ ਜ਼ਰੂਰੀ ਹੈ। ਪਰ ਸਾਫ ਸਫਾਈ ਦੇ ਬਾਵਜੂਦ ਵੀ ਕੋਈ ਕਹੇ ਜੀ ਇਹ ਥਾਂ ਝੂਠੀ ਹੈ, ਇਹ ਅਪਵਿੱਤਰ ਹੈ, ਤੇ ਸਤਿਗੁਰੂ ਜੀ ਕਹਿੰਦੇ ਕਿਹੜਾ ਥਾਂ ਹੈ ਜਿਹਨੂੰ ਤੁਸੀਂ ਪਵਿੱਤਰ ਗਿਣੋਗੇ? ਕਦੋਂ ਦੀ ਧਰਤੀ ਬਣੀ ਹੈ, ਕਿੰਨੀ ਮਾਨਵਤਾ ਪੈਦਾ ਹੋਈ ਹੈ, ਕਿੰਨੇ ਜੀਵ ਜੰਤੂ ਪੈਦਾ ਹੋਏ ਨੇ, ਕਿੰਨੇ ਜੀਵ ਜੰਤੂ ਪੈਦਾ ਹੋਏ ਨੇ ਤੇ ਕਿੰਨੇ ਮਰੇ ਨੇ। ਜੇ ਤੁਸੀਂ ਧਰਤੀ ਨੂੰ ਦੇਖੋਗੇ ਇਤਿਹਾਸ ਪੜ੍ਹ ਕੇ, ਕੋਈ ਥਾਂ ਖਾਲੀ ਨਹੀਂ ਹੈ ਜਿੱਥੇ ਕਿਤੇ ਹੱਡੀਆਂ ਦੱਬੀਆਂ ਨਾ ਹੋਣ, ਜਿੱਥੇ ਕਿਤੇ ਕੋਈ ਬੰਦਾ ਮਰਿਆ ਨਾ ਹੋਏ, ਜਿੱਥੇ ਕਿਤੇ ਮਨੁੱਖਤਾ ਦਾ ਖੂਨ ਨਾ ਡੁੱਲਿਆ ਹੋਏ, ਜਿੱਥੇ ਕਿਤੇ ਜ਼ੁਲਮ ਨਾ ਹੋਇਆ ਹੋਏ, ਜਿੱਥੇ ਕਿਤੇ ਪਾਪ ਕਰਮ ਨਾ ਹੋਇਆ ਹੋਵੇ।
ਤੁਸੀਂ ਕਿਹੜੀ ਜਗ੍ਹਾ ਨੂੰ ਪਵਿੱਤਰ ਗਿਣੋਗੇ? ਪੰਡਤ ਜੀ ਦੱਸੋ ਕਿਹੜਾ ਥਾਂ ਪਵਿੱਤਰ ਹੈ, ਕਿਹੜਾ ਥਾਂ ਸੁੱਚਾ ਹੈ? ਜਹਾਂ ਬੈਸ ਹਉ ਭੋਜਨ ਖਾਓ, ਜਿੱਥੇ ਬੈਠ ਕੇ ਮੈਂ ਭੋਜਨ ਕਰ ਸਕਾਂ, ਦੱਸੋ ਕਿਹੜੀ ਥਾਂ ਹੈ? ਭਾਵ ਕਿ ਧਰਤੀ ਤੇ ਜਿੱਥੇ ਜਾਓਗੇ ਤੁਹਾਨੂੰ ਝੂਠ ਹੀ ਮਿਲੇਗੀ। ਹਰ ਥਾਂ ਤੇ ਤੁਹਾਨੂੰ ਜਿਸ ਤਰੀਕੇ ਨਾਲ ਜੋ ਪੈਮਾਨਾ ਤੁਸੀਂ ਵਰਤਦੇ ਹੋ ਉਸ ਤਰੀਕੇ ਨਾਲ ਅਪਵਿੱਤਰਤਾ ਹੀ ਮਿਲੇਗੀ। ਵੈਸੇ ਰੱਬ ਨੇ ਕੁਝ ਵੀ ਮਾੜਾ ਨਹੀਂ ਬਣਾਇਆ, ਪਰ ਜੋ ਬਿਰਤੀ ਇਹਨਾਂ ਲੋਕਾਂ ਦੀ ਹੈ, ਧਰਮ ਦੀ ਦੁਨੀਆ ਜਿਹੜੇ ਲੋਕ ਵਿਚਰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਫਿਰ ਕਿਹੜੀ ਥਾਂ ਹੈ ਜਿੱਥੇ ਬੈਠ ਕੇ ਤੁਸੀਂ ਭੋਜਨ ਖਾਓਗੇ? ਸਤਿਗੁਰੂ ਜੀ ਦੀ ਹਜ਼ੂਰੀ 'ਚ ਆ ਗਿਆ ਇੱਕ ਇਹੋ ਜਿਹਾ ਵੈਸ਼ਨੂੰ ਬਿਰਤੀ ਵਾਲਾ ਵਿਅਕਤੀ ਗੋਇੰਦਵਾਲ ਸਾਹਿਬ ਜੀ ਵਿੱਚ। ਸਤਿਗੁਰੂ ਸਾਹਿਬ ਜੀ ਜਿਹੜੇ ਆਏ ਨਾ, ਕਹਿਣਗੇ ਕਿ ਮੈਂ ਇੱਥੇ ਲੰਗਰ ਨਹੀਂ ਛਕਣਾ, ਤੁਸੀਂ ਸੁੱਚ ਸੰਜਮ ਨਾਲ ਤਿਆਰ ਨਹੀਂ ਕਰਦੇ। ਸਾਡੇ 'ਚ ਵੀ ਕਈ ਲੋਕ ਨੇ ਜਿਹੜੇ ਕਹਿੰਦੇ ਜੀ ਲੰਗਰ ਤੁਸੀਂ ਸੁੱਚ ਸੰਜਮ ਨਾਲ ਤਿਆਰ ਨਹੀਂ ਕਰਦੇ। ਦੇਖੋ, ਲੰਗਰ ਸੁੱਚ ਸੰਜਮ ਨਾਲ ਤਿਆਰ ਕਰਨਾ ਚਾਹੀਦਾ ਹੈ। ਹੁਣ ਤਾਂ ਸਾਡੀ ਬਿਰਤੀ ਇੱਕ ਇਹੋ ਜਿਹੀ ਬਣ ਗਈ ਹੈ, ਮਾਫ ਕਰਨਾ, ਸਾਡੇ 'ਚੋਂ ਸੇਵਾ ਭਾਵਨਾ ਹੋ ਗਈ ਖਤਮ, ਸਾਡੇ ਕੋਲ ਟਾਈਮ ਨਹੀਂ ਰਹਿ ਗਿਆ। ਹੁਣ ਲੰਗਰ ਤਿਆਰ ਕਰਨ ਲਈ ਅਸੀਂ ਦਿਹਾੜੀ ਤੇ ਲਿਆਉਂਦੇ ਬੰਦੇ ਜਿਹੜੇ ਬੀੜੀਆਂ ਪੀਣ ਵਾਲੇ ਆ, ਉਹ ਤੇ ਗੱਲ ਬਹੁਤ ਪ੍ਰਵਾਨ ਨਹੀਂ ਨਾ, ਉਹ ਗੱਲ ਤੇ ਮੰਨਣਯੋਗ ਨਹੀਂ ਨਾ। ਲੰਗਰ ਤੇ ਚਾਹੀਦਾ ਸੀ ਆਪ ਤਿਆਰ ਕਰਨਾ, ਜਾਂ ਕੋਈ ਚੰਗੇ ਰਹਿਣੀ ਬਹਿਣੀ ਵਾਲੇ ਲੋਕ ਬਥੇਰੇ ਨੇ ਆਪਣੇ ਸ਼ਹਿਰ 'ਚ, ਨਹੀਂ ਕਿ ਹੈ ਨਹੀਂ ਕਿ, ਜਾਂ ਸਾਨੂੰ ਲੱਭਦੇ ਨਹੀਂ, ਅਸੀਂ ਲੱਭਣਾ ਹੀ ਨਹੀਂ ਚਾਹੁੰਦੇ। ਅਸੀਂ ਉਹ ਬੀੜੀ ਪੀਣ ਵਾਲੇ, ਚੂਨਾ ਖਾਣ ਵਾਲੇ, ਤੰਬਾਕੂ ਖਾਣ ਵਾਲੇ ਕੋ ਤਿਆਰ ਕਰਕੇ ਫਿਰ ਕਿੰਨੇ ਅਰਦਾਸ ਕਰੋ ਜੀ, ਭੋਗ ਲਵਾ ਦਿਓ। ਫਿਰ ਅਸੀਂ ਕਹਿੰਦੇ ਅਰਦਾਸ ਵੀ ਕਰੋ ਦੀ ਤੁਸੀਂ। ਇਹ ਸਾਨੂੰ ਸੋਚਣਾ ਪਏਗਾ ਕਿ ਲੰਗਰ ਦੇ ਨਾਂ ਤੇ ਸਾਨੂੰ ਆਪਣਾ ਜੋ ਮਾਣ ਮਰਜ਼ਾਦਾ ਉਹਨੂੰ ਕਾਇਮ ਰੱਖਣਾ ਪਏਗਾ। ਅਸੀਂ ਡਿੱਗਦੇ ਜਾਂਦੇ ਆਪਣੀ ਮਾਣ ਮਰਜ਼ਾਦਾ ਤੋਂ। ਲੇਕਿਨ ਗੁਰੂ ਸਾਹਿਬ ਜੀ ਦੇ ਵੇਲੇ ਤੇ ਬੜੇ ਪਿਆਰ ਦੇ ਨਾਲ, ਬੜੀ ਸ਼ਰਧਾ ਦੇ ਨਾਲ ਲੰਗਰ ਤਿਆਰ ਹੁੰਦਾ ਸੀ। ਸਤਿਗੁਰੂ ਜੀ ਕਹਿੰਦੇ ਪੰਗਤ ਵਿੱਚ ਸਾਰੇ ਛਕਦੇ, ਤੁਸੀਂ ਬੈਠ ਕੇ ਸਕੋ। ਉਹ ਕਹਿਣਗੇ ਨਹੀਂ, ਇਹਨਾਂ 'ਚ ਨਹੀਂ ਮੈਂ ਬੈਠ ਸਕਦਾ, ਤੁਸੀਂ ਸਾਰੇ ਲੋਕਾਂ ਨੂੰ ਇਕੱਠਿਆਂ ਬਿਠਾਉਂਦੇ ਹੋ, ਮੈਨੂੰ ਸੁੱਕਾ ਰਾਸ਼ਨ ਦੇ ਦਿਓ। ਸਤਿਗੁਰੂ ਜੀ ਨੇ ਦੇ ਦਿੱਤਾ, ਤੇ ਉਹ ਜਿੱਥੇ ਜਾ ਕੇ ਪੁੱਟਦੇ ਨੇ ਉੱਥੋਂ ਹੱਡੀਆਂ ਨਿਕਲ ਆਉਂਦੀਆਂ ਨੇ। ਦੂਜੀ ਜਗ੍ਹਾ ਪੁੱਟਿਆ, ਫਿਰ ਹੱਡੀਆਂ ਨਿਕਲ ਆਈਆਂ, ਹੋਰ ਪੁੱਟਿਆ, ਫਿਰ ਆਖਰ ਪੁੱਟਦਾ ਪੁੱਟਦਾ ਉਹ ਸਾਧ ਥੱਕ ਗਿਆ, ਹੁਣ ਭੁੱਖ ਬੜੀ ਲੱਗੀ ਸੀ। ਆਖਰ ਕਹਿਣਗਾ ਮਹਾਰਾਜ ਇੱਥੋਂ ਹੀ ਛਕਾ ਦਿਓ, ਮੈਨੂੰ ਤੇ ਥਾਂ ਲੱਭੀ ਕੋਈ ਨਹੀਂ ਹੈ। ਸਤਿਗੁਰੂ ਜੀ ਉਹਨੂੰ ਸਮਝਾਉਣਾ ਚਾਹੁੰਦੇ ਸਨ ਕਿ ਧਰਤੀ ਤੇ ਕਿੱਥੇ ਜਾਓਗੇ ਜਿੱਥੇ ਤੁਹਾਨੂੰ ਪਵਿੱਤਰਤਾ ਮਿਲੇ। ਸਾਹਿਬ ਜੀ ਕਹਿੰਦੇ ਉਹ ਕੋਈ ਥਾਂ ਨਹੀਂ ਮਿਲੇਗੀ ਜਿੱਥੇ ਬੈਠ ਕੇ ਤੁਸੀਂ ਸੁੱਚੇ ਹੋ ਸਕੋ, ਪਵਿੱਤਰ ਹੋ ਸਕੋ, ਭੋਜਨ ਖਾ ਸਕੋ। ਜੇ ਤੁਸੀਂ ਇਸ ਝੂਠ ਦੀ ਵਿਚਾਰ 'ਚ ਪੈ ਗਏ ਨਾ, ਇੱਕ ਸੂਤਕ ਲਫ਼ਜ਼ ਵਰਤਿਆ ਜਾਂਦਾ, ਸੂਤਕ ਦਾ ਅਰਥ ਵੀ ਅਪਵਿੱਤਰ ਹੈ। ਸਤਿਗੁਰੂ ਜੀ ਕਹਿੰਦੇ ਬੰਦਾ ਪਹਿਲਾਂ ਆਪ ਹੀ ਸੂਤਕ 'ਚ ਹੈ ਤੇ ਲੋਕਾਂ ਨੂੰ ਸੂਤਕ ਦੀ ਕੀ ਗੱਲ ਕਰੇ। ਅੱਖੀਂ ਸੂਤਕ ਵੇਖਣਾ ਪਰ ਤਰਿਆ, ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਏ। ਕੰਨਾਂ ਨਾਲ ਜਦੋਂ ਝੂਠ ਸੁਣਦਾ ਤੇ ਇਹਦੋਂ ਵੱਡਾ ਸੂਤਕ ਕੀ ਹੋ ਸਕਦਾ ਹੈ? ਕੰਨ ਅਪਵਿੱਤਰ ਹੋ ਗਏ। ਅੱਖਾਂ ਨਾਲ ਪਰ ਧਨ ਪਰ ਰੂਪ ਨੂੰ ਦੇਖਦਾ ਤੇ ਇਹਦੋਂ ਵੱਡੀ ਅਪਵਿੱਤਰਤਾ ਕੀ ਹੋ ਸਕਦੀ ਹੈ? ਜੀਵ ਦੇ ਨਾਲ ਝੂਠ ਹੀ ਬੋਲੀ ਜਾਂਦਾ ਬੰਦਾ, ਇਹਦੋਂ ਵੱਡੀ ਅਪਵਿੱਤਰਤਾ ਕੀ ਹੋ ਸਕਦੀ ਹੈ? ਇਹਦੋਂ ਵੱਡਾ ਸੂਤਕ ਕੀ ਹੋ ਸਕਦਾ? ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇੱਥੇ, ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ। ਪੰਡਤ ਜੀ ਜੇ ਆਪਾਂ ਨਜ਼ਰ ਮਾਰੀਏ ਨਾ, ਝੂਠੇ ਦਾ ਅਰਥ ਹੁੰਦਾ ਅਪਵਿੱਤਰ। ਝੂਠਾ ਕਦੋਂ ਹੈ? ਜਦੋਂ ਮਨੁੱਖ ਦੇ ਅੰਦਰੋਂ ਪਰਮਾਤਮਾ ਭੁੱਲ ਜਾਏ, ਮਨੁੱਖ ਅੰਦਰੋਂ ਝੂਠਾ ਹੋ ਜਾਂਦਾ ਹੈ। ਗੁਰੂ ਕੀ ਪਵਿੱਤਰ ਬਾਣੀ ਦਾ ਇੱਕ ਬਚਨ ਕਿ ਭਰੀ ਹੈ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਮਤ ਤੇ ਸਾਡੀ ਪਾਪਾਂ ਦੇ ਨਾਲ ਭਰੀ ਹੋਈ ਹੈ। ਹੁਣ ਮਤ ਪਾਪਾਂ ਨਾਲ ਭਰੀ ਹੈ ਤੇ ਅਸੀਂ ਬਾਹਰੋਂ ਨਹਾ ਕੇ ਚਿੱਟੇ ਕੱਪੜੇ ਪਾ ਕੇ ਕੋਈ ਸੁਗੰਧੀ ਵਾਲੀਆਂ ਚੀਜ਼ਾਂ ਲਾ ਕੇ ਜੇ ਅਸੀਂ ਬੜੇ ਸੁੱਚੇ ਹਾਂ, ਇਹ ਤੇ ਬੜੀ ਅਗਿਆਨਤਾ ਹੈ ਨਾ। ਅੰਦਰ ਜਿੰਨਾ ਚਿਰ ਮੈਲ ਹੈ, ਮਨ ਮੈਲੇ ਤਾਂ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਅੰਦਰ ਮੈਲ ਹੈ ਤੇ ਮਨੁੱਖ ਬਾਹਰੋਂ ਆਪਣੇ ਸਰੀਰ ਦੀ ਮੈਲ ਨੂੰ ਉਤਾਰ ਕੇ ਕਦੀ ਪਵਿੱਤਰ ਹੋ ਹੀ ਨਹੀਂ ਸਕਦਾ। ਅਗਲੀ ਗੱਲ, ਸਰੀਰ ਦੀ ਮੈਲ ਕਦੀ ਉਤਰ ਹੀ ਨਹੀਂ ਸਕਦੀ। ਸਰੀਰ ਹੁਣ ਤੁਸੀਂ ਨਹਾ ਲਓ ਘੜੀਕ ਨੂੰ, ਫਿਰ ਮੈਲ ਲੱਗ ਜਾਏਗੀ, ਪਸੀਨਾ ਆਏਗਾ, ਫਿਰ ਤੁਹਾਨੂੰ ਆਪਣੇ ਪਸੀਨੇ 'ਚੋਂ ਹੀ ਸਮੈਲ ਹੋਣੀ ਸ਼ੁਰੂ ਹੋ ਜਾਏਗੀ। ਸਤਿਗੁਰੂ ਜੀ ਕਹਿੰਦੇ ਕੁਝ ਵੀ ਤੁਹਾਨੂੰ ਸੁੱਚਾ ਨਜ਼ਰ ਨਹੀਂ ਆਏਗਾ। ਸਤਿਗੁਰੂ ਜੀ ਕਹਿੰਦੇ ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ। ਪੰਡਤ ਜੀ ਮਾਂ ਜੇ ਪ੍ਰਮਾਤਮਾ ਦੇ ਪਿਆਰ 'ਚ ਨਹੀਂ ਨਾ ਜੁੜੀ, ਸਤਿਗੁਰੂ ਜੀ ਨੇ ਕਿਤੇ ਮਾਂ ਜਾਂ ਪਿਓ ਨੂੰ ਨੀਵੇਂ ਦਰਸਾਉਣ ਲਈ ਇਹ ਗੱਲ ਨਹੀਂ ਕਹੀ। ਸਤਿਗੁਰੂ ਜੀ ਨੇ ਮਾਂ ਪਿਓ ਦਾ ਬੜਾ ਸਤਿਕਾਰ ਕਰਨ ਦੀ ਗੱਲ ਕਹੀ ਹੈ, ਪਰ ਗੱਲ ਉਸ ਬਿਰਤੀ ਨਾਲ ਕਰ ਰਹੇ ਨੇ ਜਿਹੜਾ ਕਹਿੰਦਾ ਕਿ ਮੈਂ ਸੁੱਚਾ ਹਾਂ,
मैं बड़ी सोच संयम रखदा हाँ। कहंदे ओ भलिया तेरी ते मां भी झूठी सी, वो भी रब दे प्यार च ना जुड़ सकी, वो भी पवित्र ना हो सकी। तेरा प्यो भी झूठा सी, वो भी रब दे प्यार च ना जुड़िया। झूठे ही फल लागे। जे मां प्यो झूठे ने ते मां प्यो दे घर च जन्मे बच्चे किहड़े सुचे होणगे। मां प्यो रब दे प्यार च नहीं जुड़े ते बच्चे किवें जुड़नगे? मां प्यो ने ते जोड़ना है ना। भागां वाले वो बच्चे जिहड़े जुड़ गए ने। मां झूठी प्यो झूठा ते झूठा ही गां फल लग्या, बच्चे भी झूठे ही पैदा हो गए। आवें झूठे जाहे पी झूठे, झूठे मरे अभागे। पंडित जी दुनिया झूठी आ रही है, भाव आउंदी है रब नालों टुट जाती है। इस धरती तो रब नालों टुट के तुरी जाती, झूठे तुरे जाते ने। और अभागे दा अर्थ हुंदा भागहीन प्राणी जिहड़े ने वो झूठे ही मर जाते ने, क्योंकि सारी जिंदगी कदी उन्हां सच दे नाल सांझ नहीं पाई। सुच्चा ते बंदा उदों ना जे अंदर सच वस जांदा, सच सुणदा, सच कमाउंदा, सच बोलदा, सच दी किरत करदा, सच दा साथ दिंदा, सुच्चा ते तां होना सी। जिंदगी दा मकसद सचियार बनना है। गुरु नानक साहब जी दे अमृत बचन ही आरंभक यह ने कि सचियारा हुई है कि कूड़े टुटे पाल। सच दे धारणी बनना, सच दे विच लिवलीन हो जाना। सतगुरु जी कहने पंडित जी बंदा झूठा ही आउंदा है, सारी जिंदगी झूठ नाल जुड़िया रहिंदा है, झूठ कमाउंदा रहिंदा है, झूठ खांदा रहिंदा है। और इहो जे अभागे बंदे झूठे ही मर जाते हैं, सच की उन्होंने सोझ नहीं होंदी। तुसीं कित्थे जाके बैठोगे कि मैनू आ थां वधिया इत्थे बैठ के मैं भोजन कर लवां? भाव कोई थां नज़र नहीं आएगी तुहानूं। साहब जी ने फिर वचन के जिहवा झूठी बोलत झूठा, करण नेत्र जब झूठे। पंडित जी जो बंदा जिहवा दे नाल झूठ बोलदा है ना, उहदी ते जिहवा भी झूठी होगी। जिहबा कुछ खाण दे नाल झूठी नहीं हुंदी। मानयोग भाई कान सिंह जी नाभा ने, तुसीं महान कुछ पढ़ोगे ना, बड़ियां इनकलाबी गल्लां लिखियां, क्योंकि असीं अपने ग्रंथ पढ़दे ही नहीं हां। असीं अपनी रौह रीत नूं समझण दे लई विद्वानां नूं नहीं पढ़दे सी। असीं सुणीਆਂ गल्लां, देखा देखी गल्लां ते बड़ा यकीन करदे। वो कहंदे वे सिखां दा आपस विच खाना पीना ये झूठ नहीं है। गुरसिखां दा हुण जदों असीं अमृत छकदे हाँ, इक्को ही बाटे छकाया जाता, झूठा हुंदा है कोई? वो अमृत इसे करके छकाया जाता है कि सिख दे विच कोई इहो जी झूठ, कोई इहो जी किसी तरह का भरम नहीं है। इकट्ठियां छकाया जाता है, ऊच नीच दा जां अपने पराए दी, उथों गल खत्म कर दी जाती है। हुण सिख के जी हथ ला तो मेरी थाली नूं झूठी हो गई है। यही तो भरम पंडित करदा, यही सिख ने करना शुरू करता। आखो सतनाम श्री वाहिगुरू। झूठा इवें नहीं हुंदा। हाँ, रोगी है कोई, रोगी दे नाल बैठ के खाना ठीक नहीं है। कई छूत दे रोग ने लग जाते ने, इत्थे परहेज करना चाहिए। पर किसी बच्चे ने, देखो आपां घरां च गृहस्थियां, बच्चे ने साडे, हुण बच्चा बैठ के नाल खाण लग पिया, कहो जी झूठा खादा गया, मैनूं तनख्वाह ला दिओ। ये ते भरम ही ने, बच्चा किधर जाएगा? हुण पति पत्नी इकट्ठे रहिंदे ने, कहो जी झूठा खादा गया जी, ये ते बड़ा तगड़ी कुरैत हो गई। ये ते भरम ने, इस तों इलावा की हो सकदा? वो झूठ नहीं है। दरअसल सिख ने आपस विच ते वरतना ही है, परिवार तौर पर भी असीं वरतनी है। परिवार विच बच्चे ने साडे, इकट्ठियां रहना ही है। उत्थे ते हथ लगणगे, बैठ के खांदे भी ने बच्चे, कई बारी साडे कोल खो के खा लैंदे ने, ताली च खा लैंदे ने। वो झूठ नहीं है। झूठ की है? झूठ ये हुंदी, एक ते झूठ ये हुंदी है जिहड़ा कहंदे ने कि सिख ने किसी दा झूठा नहीं खाना। वो झूठे दा पता की है? जिहड़े डेरेदार ने, ये की करते हैं, थोड़ी चीज़ देंगे ने, झूठी करके फिर अपने श्रद्धालुओं को वरता। वो झूठ है। वो किसी इहो जे मनमतीए की झूठ नहीं खानी, इहो जे पखंडी की झूठ नहीं खानी। वो जड़ा थोड़ा जिहा उन्हें खा लिया, बाकी वरताउणा शुरू करने के, पानी थोड़ा जिहा वरताउणा शुरू करने, लो जी ले लो प्रसाद। उन्होंने प्रसाद ही भोले लोग समझी बैठे, मूर्ख लोग। वो प्रसाद नहीं हुंदा, झूठ है। दे रहे तो बहुत कुछ इहो जिहा हो रहा, और सिक्खी भेख दे अंदर हो रहा है जिहड़ा लोकां नूं झूठ खवाई चले जाते हैं। वो झूठ है। पर तुसीं परिवार च रहिंदे आपस विच बैठे, ये झूठ नहीं है। झूठ की है? झूठ का अर्थ है जदों अपवित्र हो जाओ तुसीं। सतगुरु जी कहंदे ने कि जिहवा झूठी, जिस रसना नाल झूठ बोलदे, ये ते झूठी है, अपवित्र है। बोलत झूठा, बंदे दे बोल झूठे ने। हुण बोलना विच झूठ है,
ਬੋਲਾਂ ਦੇ ਵਿੱਚ ਸਵਾਰਥ ਹੈ, ਬੋਲਾਂ ਦੇ ਵਿੱਚ ਲੋਕਾਂ ਦਾ ਦਿਲ ਦਿਖਾਉਣ ਵਾਲੇ ਲਫ਼ਜ਼ ਨੇ, ਇਹ ਤੇ ਝੂਠੇ ਲਫ਼ਜ਼ ਨੇ, ਲੋਕਾਂ ਦਾ ਦਿਲ ਦਿਖਾਉਣ ਵਾਲੇ। ਜਿਹੜਾ ਬੰਦਾ ਬੋਲੇ ਹੀ ਝੂਠਾ, ਜਿਹੜੇ ਬੰਦੇ ਦੀ ਜਿਹਵਾ ਝੂਠੀ ਬੋਲੇਗੀ ਵੀ ਝੂਠਾ। ਕਾਰਨ ਨੇਤਰ ਸਭ ਝੂਠੇ, ਕਾਰਨ ਮੈਣਾ ਕੰਨ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਉਹ ਪੰਡਤ ਜੀ ਕੰਨ ਝੂਠੇ ਨੇ ਬੰਦੇ ਦੇ, ਕੰਨਾਂ ਨਾਲ ਕਿੰਨਾ ਝੂਠ ਸੁਣਦਾ ਹੈ, ਕਿੰਨੀਆਂ ਬੁਰਾਈਆਂ, ਕਿੰਨੀ ਚੁਗਲੀ ਨਿੰਦਾ ਸੁਣਦਾ, ਇਹ ਕੰਨ ਕਿੱਥੋਂ ਪਵਿੱਤਰ ਹੋ ਜਾਣਗੇ? ਇਹ ਕੰਨ ਤਾਂ ਸੱਚ ਸੁਣ ਲਏ ਸੀ। ਇਹ ਸਰਵਣ ਮੇਰਿਓ ਸਾਚੇ ਸੁਣਨੇ ਨੋ ਬਿਠਾਏ, ਸਾਚੇ ਸੁਣਨੇ ਨੋ ਬਿਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜੇ ਸੁਣੀ ਮਨ ਤਨ ਹਰਿਆ ਹੋਵਾ। ਰਸਨਾ ਸੱਚ ਸਮਾਣੀ, ਸੱਚ ਅਲਖ ਵਡਾਣੀ, ਤਾਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ। ਕੰਨ ਕਦੋਂ ਪਵਿੱਤਰ ਹੋਣਗੇ? ਜਦੋਂ ਨਾਮ ਅੰਮ੍ਰਿਤ ਨੂੰ ਸਰਵਣ ਕਰਨਗੇ। ਹੁਣ ਕੰਨ ਤਾਂ ਬੁਰਾਈਆਂ ਸੁਣਦੇ ਰਹਿੰਦੇ ਨੇ ਸਾਰਾ ਦਿਨ। ਦੇਖੋ ਨਾ, ਗੁਰਬਾਣੀ ਦੀ ਗੱਲ ਚੱਲ ਰਹੀ ਹੋਏ, ਭਾਗਾਂ ਵਾਲਿਆਂ ਦੀ ਬਿਰਤੀ ਜੁੜਦੀ ਹੈ। ਨਮਸਕਾਰ ਹੈ ਉਹਨਾਂ ਨੂੰ ਜਿਹੜੇ ਗੁਰਬਾਣੀ ਨੂੰ ਚਾਹ ਨਾਲ ਸੁਣਦੇ ਨੇ, ਚਾਹ ਨਾਲ ਪੜ੍ਹਦੇ ਨੇ। ਨਹੀਂ ਤੇ ਔਰ ਦੂਰ ਬੈਠੀ ਗੱਲ ਝੱਟ ਸਾਨੂੰ ਸੁਣ ਜਾਂਦੀ ਹੈ, ਮਨ ਕਰਦਾ ਕਿ ਉੱਥੇ ਚਲੇ ਜਾਈਏ। ਚੁਗਲੀ ਨਿੰਦਾ ਦੀਆਂ ਗੱਲਾਂ ਤੁਸੀਂ ਦੇਖਦੇ ਕਿ ਗੁਰੂ ਦੀ ਹਜ਼ੂਰੀ 'ਚ ਵੀ ਆ ਕੇ ਨਾ ਲੋਕ ਕਿਵੇਂ ਕੁਛ-ਮੁਛੀ ਕਰਦੇ ਰਹਿੰਦੇ ਨੇ, ਪਿੱਛੇ ਬੈਠ ਕੇ, ਅੱਗੇ ਬੈਠ ਕੇ। ਉਹਨਾਂ ਨੂੰ ਸੱਚ ਚੰਗਾ ਹੀ ਨਹੀਂ ਲੱਗਦਾ, ਬਾਣੀ ਕੰਨਾਂ 'ਚ ਪੈਣ ਹੀ ਨਹੀਂ ਦਿੰਦੇ। ਇੱਕ ਤੇ ਉਹ ਨੇ ਜਿਹੜੇ ਆਏ ਨਹੀਂ, ਚਲੋ ਉਹ ਤੇ ਦੂਰ ਨੇ, ਉਹਨਾਂ ਨੂੰ ਤੇ ਕੀ ਕਹਿਣਾ। ਕਈ ਗੁਰੂ ਕੋਲ ਆ ਕੇ ਵੀ ਗੁਰੂ ਤੋਂ ਦੂਰ ਹੀ ਰਹਿੰਦੇ ਨੇ, ਹਜ਼ੂਰੀ 'ਚ ਰਹਿ ਕੇ ਵੀ ਗੈਰ ਹਾਜ਼ਰ ਰਹਿੰਦੇ ਨੇ। ਉਹਨਾਂ ਦਾ ਧਿਆਨ ਕੋਈ ਗੱਲ ਕਰਨ ਦਾ ਮੌਕਾ ਮਿਲੇ, ਕੋਈ ਗੱਲ ਸੁਣਨ ਦਾ ਮੌਕਾ ਮਿਲੇ, ਇੱਥੋਂ ਨਹੀਂ ਤੇ ਉੱਥੇ ਜਾ ਕੇ ਖਲੋ ਜਾਂਦੇ ਨੇ, ਕਦੀ ਕਿਤੇ ਜਾ ਕੇ ਖਲੋ ਜਾਂਦੇ ਨੇ। ਹੁਣ ਕੰਨ ਸਾਡੇ ਸੁੱਚੇ ਤਾਂ ਹੋਣਗੇ, ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ। ਜਦੋਂ ਅਸੀਂ ਕੰਨਾਂ ਦੇ ਨਾਲ ਪਵਿੱਤਰ ਬਾਣੀ ਸਰਵਣ ਕਰਾਂਗੇ, ਪ੍ਰਭੂ ਦੀ ਸਿਫਤ ਸਲਾਹ ਸਰਵਣ ਕਰਾਂਗੇ, ਕੰਨ ਪਵਿੱਤਰ ਹੋ ਜਾਣਗੇ। ਸਤਿਗੁਰੂ ਜੀ ਕਹਿੰਦੇ ਕੰਨ ਤਾਂ ਝੂਠੇ ਨੇ, ਝੂਠ ਸੁਣ ਸੁਣ ਕੇ ਝੂਠੇ ਹੋ ਗਏ, ਔਰ ਨੇਤਰ ਝੂਠੇ, ਸਾਡੀਆਂ ਅੱਖਾਂ ਝੂਠੀਆਂ ਨੇ, ਕਿਉਂਕਿ ਇਹ ਜੋ ਦੇਖਦੀਆਂ ਨੇ ਇਹ ਸੱਚ ਨਹੀਂ ਦੇਖਦੀਆਂ। ਅੱਖਾਂ ਦੇਖਦੀਆਂ ਨੇ ਪਰਾਏ ਰੂਪ ਨੂੰ ਦੇਖਦੀਆਂ, ਇਹ ਝੂਠੀਆਂ ਹੋ ਗਈਆਂ। ਜਹਾਂ ਇੰਦਰੀ ਝੂਠੀ ਇੰਦਰੀ ਕੀ ਝੂਠ ਉਤਰਸ ਨਾਹੀ, ਬ੍ਰਹਮ ਅਗਨ ਕੇ ਲੂਠੇ। ਬ੍ਰਹਮ ਅਗਨ, ਬ੍ਰਹਮ ਅਗਨ ਦੋ ਤਰੀਕਿਆਂ ਨਾਲ ਆਇਆ ਗੁਰਬਾਣੀ 'ਚ। ਇੱਥੇ ਇੱਕ ਥਾਂ ਤੇ ਬਾਬਾ ਕਬੀਰ ਸਾਹਿਬ ਜੀ ਨੇ ਕਿਹਾ, ਜਿੱਥੇ ਕਹਿੰਦੇ ਨੇ ਕਿ ਇਹ ਕਿਉਂ ਲੀਜੇ ਗੱਡ ਬੰਕਾ ਭਾਈ, ਦੋਬਰ ਕੋਟ ਅਰ ਤੇਵਰ ਖਾਈ। ਉੱਥੇ ਜਾ ਕੇ ਕਿਹਾ ਕਿ ਬ੍ਰਹਮ ਅਗਨ, ਬ੍ਰਹਮ ਅਗਨ ਬ੍ਰਹਮ ਜਾਲੀ। ਉਹ ਬ੍ਰਹਮ ਅਗਨ ਦਾ ਅਰਥ ਹੈ ਕਿ ਪ੍ਰਮਾਤਮਾ ਦੇ ਪਿਆਰ ਦੀ ਅੱਗ, ਪ੍ਰਭੂ ਦੇ ਗਿਆਨ ਦੀ ਅੱਗ। ਲੇਕਿਨ ਇੱਥੇ ਬ੍ਰਹਮ ਅਗਨ ਦਾ ਅਰਥ ਉਹ ਨਹੀਂ ਹੈ। ਇੱਥੇ ਬ੍ਰਹਮ ਅਗਨ ਦਾ ਅਰਥ ਹੈ ਕਿ ਬ੍ਰਾਹਮਣ ਹੋਣ ਦਾ ਹੰਕਾਰ। ਬ੍ਰਾਹਮਣ ਹੋਣ ਦੇ ਹੰਕਾਰ ਦੀ ਅੱਗ ਤਾਂ ਤੇਰੇ ਅੰਦਰ ਹੈ, ਤੂੰ ਤੇ ਅੰਦਰੋਂ ਸੜਿਆ ਬੈਠਾ ਹੰਕਾਰ ਦੇ ਨਾਲ ਕਿ ਮੈਂ ਬੜੀ ਉੱਚੀ ਜਾਤ ਵਾਲਾ, ਬਾਕੀ ਤੇ ਸਾਰੇ ਨੀਵੇਂ ਨੇ। ਮਹਾਂਪੁਰਖਾਂ ਦੀ ਜ਼ਿੰਦਗੀ 'ਚ ਇੱਕ ਬੜੀ ਪਿਆਰੀ ਕਥਾ ਹੁੰਦੀ ਹੈ। ਕੋਈ ਸੇਵਾਪੰਥੀ ਮਹਾਂਪੁਰਖ ਹੋਏ ਨੇ, ਨਾ ਮੈਨੂੰ ਵਿਸਰ ਗਿਆ, ਬਚਪਨ ਤੋਂ ਵੈਰਾਗੀ ਸੁਭਾਅ ਦੇ ਸਨ, ਚੰਗੇ ਉੱਚੇ ਘਰਾਣੇ 'ਚ ਜਨਮੇ, ਖੱਤਰੀ ਘਰਾਣਾ ਸੀ, ਚੰਗਾ ਉਹਨਾਂ ਦਾ ਸ਼ਾਹੂਕਾਰਾ ਸੀ। ਪਰ ਬਚਪਨ 'ਚ ਮਨ 'ਚ ਵੈਰਾਗ ਜਿਹਾ ਆ ਗਿਆ, ਰੱਬ ਵਾਲੇ ਬੰਨੇ ਜੁੜ ਗਏ। ਇੱਕ ਦਿਨ ਉੱਠੇ ਤੇ ਨਗਰ ਦੇ ਧਰਮਸਾਲ 'ਚ ਜਾ ਕੇ ਬੈਠ ਗਏ। ਗੁਰਦੁਆਰੇ ਨੂੰ ਧਰਮਸਾਲ ਕਹਿੰਦੇ ਸਾਂ ਆਪਾਂ ਪਹਿਲਾਂ। ਧਰਮਸਾਲ ਜਾ ਕੇ ਬੈਠ ਗਏ। ਘਰਦਿਆਂ ਨੂੰ ਦੇਖਿਆ, ਆਇਆ ਹੀ ਨਹੀਂ, ਘਰ ਕਿੱਧਰ ਚਲੇ ਗਿਆ ਬੱਚਾ, ਰਾਤ ਨੂੰ ਪਹੁੰਚਿਆ ਹੀ ਨਹੀਂ, ਸਵੇਰੇ ਵੀ ਨਹੀਂ ਆਇਆ। ਚਿੰਤਾ ਲੱਗੀ, ਦੌੜ ਭੱਜ ਲੱਗੀ। ਕਿਸੇ ਨੇ ਕਿਹਾ, ਉਹ ਤੁਹਾਡਾ ਮੁੰਡਾ ਤਾਂ ਉਹ ਗੁਰਦੁਆਰੇ ਜਾ ਕੇ ਬੈਠਾ ਹੈ। ਤੇ ਬਾਪੂ ਜੀ ਪਿਆਣਾ ਭੱਜਿਆ ਗਿਆ। ਇੱਕ ਬੰਨੇ ਬੈਠੇ ਨੇ, ਆਇਆ ਅੱਖਾਂ ਮੀਟ ਕੇ ਸਮਾਧੀ ਲਾ ਕੇ, ਜਾ ਕੇ ਹਲੂਣਿਆ, ਉਹ ਤੂੰ ਇੱਥੇ ਬੈਠਾ ਆ ਕੇ? ਹਾਂਜੀ। ਕਹਿੰਦਾ ਇੱਥੇ ਬੈਠਾ ਬੜਾ ਆਨੰਦ ਹੈ। ਕਹਿੰਦਾ ਉੱਠ ਬੈਠ, ਇੱਥੇ ਬੈਠਾ ਚੰਗਾ ਲੱਗਦਾ ਤੂੰ? ਇੰਨੇ ਉੱਚੇ ਘਰ ਦਾ ਬੱਚਾ ਤੇ ਗੁਰਦੁਆਰੇ ਧਰਮਸਾਲ 'ਚ ਆ ਕੇ ਬੈਠ ਗਿਆ ਤੂੰ? ਕਿਉਂਕਿ ਕਈ ਲੋਕਾਂ ਦਾ ਇਹ ਖਿਆਲ ਹੈ ਕਿ ਧਰਮ ਸਥਾਨਾਂ 'ਤੇ ਨੀਵੇਂ ਹੀ ਲੋਕ ਰਹਿੰਦੇ ਨੇ, ਔਰ ਇਹ ਲੋਕਾਂ 'ਚ ਪਹਿਚਾਣ ਬਣਾ ਦਿੱਤੀ ਗਈ ਕਿ ਨੀਵੇਂ ਲੋਕ ਹੀ ਧਰਮ ਸਥਾਨਾਂ 'ਤੇ ਰਹਿੰਦੇ ਨੇ, ਜਾਂ ਧਰਮ ਦਾ ਕੰਮ ਵੀ ਨੀਵੇਂ ਲੋਕ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹੋਗੇ, ਇੱਥੇ ਰਾਜਿਆਂ ਦੀ ਵੀ ਬਾਣੀ ਹੈ, ਬ੍ਰਾਹਮਣਾਂ ਦੀ ਵੀ ਬਾਣੀ ਹੈ, ਮੁਸਲਮਾਨਾਂ ਦੀ ਵੀ ਬਾਣੀ ਹੈ। ਤੇ ਜਦੋਂ ਬਾਪੂ ਨੇ ਕਿਹਾ, ਉਹ ਇੱਥੇ ਬੈਠਾ ਚੰਗਾ ਲੱਗਦਾ ਤੂੰ? ਏਡੀ ਉੱਚੀ ਸਾਡੀ ਕੁੱਲ, ਤੂੰ ਇੱਥੇ ਧਰਮਸਾਲ 'ਚ ਆ ਕੇ ਬੈਠ ਗਿਆ। ਤੇ ਅੱਗੋਂ ਉਹਨਾਂ ਨੇ ਇੱਕ ਬੜੀ ਪਿਆਰੀ ਗੱਲ ਕੀ, ਕਹਿਣਗੇ ਬਾਪੂ ਤੇਰੀ ਇਹ ਜਿਹੜੀ ਉੱਚੀ ਕੁੱਲ ਹੈ ਤੇ ਖੋਤੇ ਦੇ ਝੁੱਲ ਨਾਲੋਂ ਵੀ ਮਾੜੀ। ਕਹਿੰਦਾ ਉਹ ਕਿਵੇਂ? ਕਹਿੰਦਾ ਇੱਕ ਦਿਨ ਤੁਸੀਂ ਸਿਆਲ 'ਚ ਮੈਨੂੰ ਨਾ ਪਾਣੀ ਲਾਉਣ ਲਈ ਖੇਤਾਂ 'ਚ ਭੇਜਿਆ ਸੀ,
मैं चलिया गया, रात को ठंड बड़ी लगी मैनू। मैं ठंड नूं कहा मैं बड़े उच्चे घराने जन्मे, मैनू तंग ना कर, मैं बड़े अमीर घर दा, मैनू तंग ना कर। ठंड हटी नहीं, बथेरे वास्ते पाए। ते बापू उत्थे खोते दा झुल पिया सी लागे। खोते ते नहीं कपड़ा पाया जांदा, जदों सर्दी हुंदी पशुआं नूं ढक्कण लई, निग देण दे लई उन्हां आपां आम डंगरां ते कपड़े पा दिंदे आ। ਉਹ ਬਾਪੂ ਖੋਤੇ ਦਾ ਝੁੱਲ ਪਿਆ ਸੀ, ਚੁੱਕ ਕੇ ਮੈਂ ਲੈ ਲਿਆ ਤੇ ਠੰਡ ਭੱਜ ਗਈ। ਮੈਂ ਸੋਚਿਆ ਵੀ ਜਿਹੜੀ ਤੇਰੀ ਕੁੱਲ ਇੱਥੋਂ ਮੈਨੂੰ ਠੰਡ ਤੋਂ ਨਹੀਂ ਬਚਾ ਸਕੀ, ਜ਼ਮਾਂ ਦੀ ਮਾਰ ਤੋਂ ਕਿਵੇਂ ਬਚਾਏਗੀ? ਤੇਰੀ ਉੱਚੀ ਕੁੱਲ ਮੈਨੂੰ ਠੰਡ ਤੋਂ ਨਹੀਂ ਬਚਾ ਸਕੀ। ਇਹਦਾ ਨਾਂ ਸੁਣ ਕੇ ਠੰਡ ਭੱਜੀ ਨਹੀਂ ਹੈ, ਸਗੋਂ ਮੈਨੂੰ ਤੰਗ ਕੀਤਾ ਤੇ ਜ਼ਮਾਂ ਦੀ ਮਾਰ ਤੋਂ ਕਿਵੇਂ ਬਚਾਏਗੀ? ਖੋਤੇ ਦਾ ਝੁੱਲ ਹੀ ਚੰਗਾ ਜਿਹਨੇ ਠੰਡ ਤੋਂ ਬਚਾ ਲਿਆ। ਤੇਰੀ ਕੁੱਲ ਖੋਤੇ ਦੇ ਝੁੱਲ ਨਾਲੋਂ ਮਾੜੀ ਹੈ। ਜੇ ਕੋਈ ਬੰਦਾ ਹੰਕਾਰ ਕਰੇ ਕਿ ਮੈਂ ਬ੍ਰਾਹਮਣ ਹਾਂ, ਮੈਂ ਜੱਟ ਹਾਂ, ਮੈਂ ਫਲਾਣਾ ਹਾਂ, ਉਹ ਸਿਰਫ ਤਾਂ ਸਿਰਫ ਅਕਾਰਥ ਗੱਲਾਂ ਨੇ। ਮਨੁੱਖ ਮਹਾਨ ਬਣਦਾ ਕਰਨੀ ਦੇ ਨਾਲ। ਬਾਬਾ ਨਾਨਕ ਜੀ ਨੇ ਕਹਿਤਾ ਸੀ, ਬਾਬਾ ਆਖੇ ਹਾਜੀਆਂ ਸੁਮ ਅਮਲਾਂ ਬਾਝੋਂ ਦੋਨੇ ਰੋਈ। ਜੇ ਕਰਨੀ ਚੰਗੀ ਨਹੀਂ ਹੈ, ਸਤਿਗੁਰੂ ਜੀ ਨੇ ਕਿਹਾ ਸੀ ਕਰਨੀ ਦੀਆਂ ਲਕੀਰਾਂ ਕੱਢੋ। ਜੇ ਕਰਨੀ ਚੰਗੀ ਨਹੀਂ ਹੈ ਤੇ ਬੰਦੇ ਨੂੰ ਰੋਣਾ ਪਏਗਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਬ੍ਰਹਮ ਅਗਨ ਕੇ ਲੂਠੇ, ਉਹ ਆਪਣੇ ਅੰਦਰ ਬ੍ਰਾਹਮਣ ਹੋਣ ਦਾ ਅਹੰਕਾਰ ਲੈ ਕੇ ਅੱਗ ਪਾਲੀ ਬੈਠੇ ਬੰਦੇ, ਤੂੰ ਤੇ ਅੰਦਰੋਂ ਸੜਿਆ। ਤੇਰੇ ਤੇ ਇੰਦਰੀਆਂ ਦੀ ਝੂਠ ਨਹੀਂ ਉਤਰਦੀ, ਤੇਰੀਆਂ ਅੱਖਾਂ ਝੂਠੀਆਂ, ਤੇਰਾ ਹਰ ਇੰਦਰਾ ਹੀ ਝੂਠਾ ਹੈ, ਇਹਦੀ ਝੂਠ ਹੀ ਨਹੀਂ ਉਤਰੀ ਅਜੇ ਤੱਕ। ਤੇ ਤੂੰ ਕਹਿੰਦਾ ਜੀ ਮੈਂ ਲਕੀਰਾਂ ਵਾਹ ਕੇ ਚੌਂਕਾ ਸੁੱਚਾ ਕਰ ਲਿਆ, ਤੂੰ ਕਹਿੰਦਾ ਮੈਂ ਇੱਥੇ ਗੋਬਰ ਫੇਰ ਕੇ ਚੌਂਕਾ ਸੁੱਚਾ ਕਰ ਲਿਆ। ਕਿੰਨੀ ਹੈਰਾਨੀ ਦੀ ਗੱਲ ਕਿ ਗੋਬਰ ਦੇ ਨਾਲ ਹੀ ਪਵਿੱਤਰਤਾ ਗਿਣੀ ਜਾਣ ਲੱਗ ਪਈ, ਕਿ ਗੋਬਰ ਨਾਲ ਪਵਿੱਤਰ ਹੋ ਗਏ ਆਪਾਂ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਬ੍ਰਹਮ ਅਗਨ ਕੇ ਲੂਠੇ, ਆਪਣੇ ਅੰਦਰ ਇਹ ਬ੍ਰਾਹਮਣ ਹੋਣ ਦਾ ਅਹੰਕਾਰ ਲੈ ਕੇ ਅੱਗ ਪਾਲੀ ਬੈਠੇ ਬੰਦੇ, ਤੇਰੇ ਤੇ ਇੰਦਰੀਆਂ ਦੀ ਝੂਠ ਨਹੀਂ ਲੱਥੀ ਅਜੇ। ਤੂੰ ਥਾਂ ਕਿੱਥੇ ਲੱਭ ਲਏਗਾ? ਤੈਨੂੰ ਨਹੀਂ ਲੱਭਣਾ, ਤੂੰ ਕਿੱਥੇ ਜਾਏਗਾ? ਅਗਲੀ ਗੱਲ ਹੈ ਕਿ ਤੂੰ ਕਹਿੰਦਾ ਕਿ ਮੈਂ ਚੌਂਕਾ ਸੁੱਚਾ ਬਣਾ ਲਿਆ ਹੈ, ਸੁੱਚੇ ਥਾਂ ਤੇ ਭੋਜਨ ਤਿਆਰ ਕਰਾਂਗਾ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਅਗਨ ਵੀ ਝੂਠੀ, ਪਾਣੀ ਝੂਠਾ, ਝੂਠੀ ਬੈਸ ਪਕਾਇਆ। ਉਹ ਤੇਰੀ ਤੇ ਅੱਗ ਝੂਠੀ ਹੈ। ਅੱਗ ਕਿੱਦਾਂ ਝੂਠੀ ਹੋ ਗਈ? ਦੇਖੋ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਗੋਹਿਆਂ ਦੀ ਅੱਗ ਬਲਦੇ ਉਹਨਾਂ 'ਚ ਕੀੜੇ ਨਹੀਂ ਹੁੰਦੇ। ਉਹ ਕੀੜੇ ਅੰਦਰ ਅੱਗ 'ਚ ਮਰ ਰਹੇ ਨੇ, ਮਰਨ ਦੇ ਨਾਲ ਅੱਗ ਝੂਠੀ ਹੋ ਗਈ। ਲੱਕੜੀਆਂ ਬਾਲਦੇ ਆ, ਲੱਕੜੀ 'ਚ ਕੀੜੇ ਨਹੀਂ ਹੁੰਦੇ। ਲੱਕੜੀਆਂ ਜਦੋਂ ਬਾਲਦੇ ਵਿੱਚ ਕਈ ਨਿੱਕੇ ਮੋਟੇ ਜੀਵ ਉਦਾਂ ਹੀ ਸੜ ਜਾਂਦੇ, ਆਪਾਂ ਦੇਖਦੇ ਹਾਂ, ਉਹ ਅੱਗ ਝੂਠੀ ਨਹੀਂ ਹੋ ਗਈ। ਜੇ ਤੂੰ ਕਹੇ ਕਿ ਸੁੱਚੀ ਥਾਂ ਤੈਨੂੰ ਕੋਈ ਨਹੀਂ ਲੱਭਣੀ, ਇਹ ਭਰਮ ਤੋਂ ਮੁਕਤ ਕਰਨ ਲਈ ਹੈ। ਵੈਸੇ ਗੁਰਬਾਣੀ ਕਹਿੰਦੀ ਸਾਰੀ ਦੁਨੀਆ ਹੀ ਸੁੱਚੀ ਹੈ, ਕੋਈ ਮਾੜਾ ਨਹੀਂ ਹੈ। ਪਰ ਜਿਹੜੇ ਲੋਕੀ ਕਹਿੰਦੇ ਇਹ ਸੁੱਚਾ ਹੈ, ਉਹ ਥਾਂ ਪਵਿੱਤਰ ਹੈ, ਇੱਦਾਂ ਸੋਚ ਹੋ ਜਾਏਗੀ। ਉਹਨਾਂ ਦੀ ਇਸ ਭਰਮ ਨੂੰ, ਪਖੰਡ ਨੂੰ ਕੱਟਣ ਦੇ ਲਈ ਬਾਬਾ ਕਬੀਰ ਸਾਹਿਬ ਜੀ ਕਹਿਣਗੇ ਅੱਗ ਵੀ ਝੂਠੀ ਹੋ। ਜਿਹਦੇ ਨਾਲ ਤੂੰ ਭੋਜਨ ਤਿਆਰ ਕਰਨਾ, ਤੇਰੀ ਅੱਗ ਝੂਠੀ ਹੈ। ਇਹਦੇ ਵਿੱਚ ਕਈ ਜੀਵ ਸੜ ਕੇ ਮਰ ਗਏ ਨੇ, ਅੱਗ ਨੇ ਕਈ ਲੋਕਾਂ ਨੂੰ ਸਾੜਿਆ, ਇਹ ਝੂਠੀ ਹੈ। ਪਾਣੀ ਝੂਠਾ, ਤੇਰਾ ਪਾਣੀ ਝੂਠਾ ਹੈ। ਪਾਣੀ ਸਾਨੂੰ ਪਵਿੱਤਰ ਕਿਵੇਂ ਕਰੇਗਾ? ਪਾਣੀ 'ਚ ਤਾਂ ਜਦੋਂ ਪੜ੍ਹੋ ਤੁਸੀਂ, ਕਈ ਜੀਵ ਨੇ ਗੁਰਬਾਣੀ 'ਚ, ਭਗਤ ਜੀ ਦਾ ਇੱਕ ਬਚਨ 42 ਲੱਖ ਜੀ ਜਲ ਮੈਂ ਹੋਤੇ। ਆ 84 ਲੱਖ ਜੂਨਾਂ ਗਿਣੀਆਂ ਨੇ ਵਿਚਾਰਵਾਨਾਂ ਨੇ। ਇਹ ਨਹੀਂ ਕਿ 84 ਲੱਖ ਹੀ ਨੇ। ਵਾਹਿਗੁਰੂ ਜੀ ਦੀ ਰਚਨਾ ਦਾ ਤੇ ਅੰਤ ਹੀ ਕੋਈ ਨਹੀਂ, ਬੇਅੰਤ ਹੀ ਹੈ ਵਾਹਿਗੁਰੂ ਜੀ ਦੀ ਰਚਨਾ। ਚਲੋ ਜੋ ਗਿਣਤੀ ਮਿਣਤੀ ਕੀਤੀ ਹੈ ਮਹਾਂਪੁਰਖਾਂ ਨੇ, ਉਹ ਕਹਿੰਦੇ 42 ਲੱਖ ਜੀ ਜਲ ਮੈਂ ਹੋਤੇ। 42 ਲੱਖ ਜੂਨਾਂ ਕਹਿੰਦੇ ਪਾਣੀ 'ਚ ਹੀ ਨੇ। ਹੁਣ ਪਾਣੀ 'ਚ ਕਿੰਨੇ ਕਿਰਮ ਨੇ? ਕਿਤੇ ਤੁਸੀਂ ਦੇਖੋ, ਮਾਈਕਰੋਸਕੋਪ ਦੇ ਨਾਲ ਦੇਖੋ, ਲੈਂਸ ਦੇ ਨਾਲ ਦੇਖੋ, ਪਾਣੀ 'ਚ ਕਿੰਨੇ ਤੁਹਾਨੂੰ ਕਿਰਮ ਮਿਲਣਗੇ। ਤੇ ਪਾਣੀ ਕਿੱਦਾਂ ਸੁੱਚਾ ਹੋ ਗਿਆ? ਬਾਬਾ ਨਾਮਦੇਵ ਜੀ ਨੇ ਜਿੱਥੇ ਕਿਹਾ ਸੀ ਨਾ ਫੁੱਲ ਝੂਠੇ, ਇੱਥੇ ਤੇ ਭੌਰਾ ਆ ਕੇ ਬੈਠ ਗਿਆ, ਫੁੱਲ ਝੂਠੇ ਹੋ ਗਏ। ਫੂਲ ਤਾਂ ਭਵਰੇ, ਦੂਤ ਤਾਂ ਬਸ਼ਰੇ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਦੁੱਧ ਝੂਠਾ ਕਿਉਂਕਿ ਬੱਚੇ ਨੇ ਪੀ ਲਿਆ, ਗਊ ਦੇ ਬੱਚੇ ਨੇ ਪੀ ਲਿਆ, ਪਹਿਲਾਂ ਝੂਠਾ ਹੋ ਗਿਆ। ਗਊ ਦਾ ਬੱਚਾ ਪੀਏਗਾ ਨਹੀਂ, ਦੁੱਧ ਉਤਰਨਾ ਨਹੀਂ। ਠੀਕ ਹੈ, ਅੱਜ ਕੱਲ੍ਹ ਕਹਿਣਗੇ ਮਸ਼ੀਨਾਂ ਨਾਲ ਚੋ ਲਿਆ, ਬੱਚੇ ਪਹਿਲਾਂ ਹੀ ਮਾਰ ਦਿੰਦੇ ਨੇ, ਉਹ ਗੱਲ ਵੱਖਰੀ। ਪਰ ਉਹ ਝੂਠਾ ਕਿੱਥੋਂ, ਸੁੱਚਾ ਕਿੱਥੋਂ ਹੈ? ਕਹਿਣ ਲੱਗੇ ਫੁੱਲ ਝੂਠੇ ਨੇ, ਫੁੱਲਾਂ ਤੇ ਭੌਰੇ, ਮੱਖੀਆਂ, ਪਤਾ ਨਹੀਂ ਕਿੰਨੇ ਪਤੰਗੇ ਬੈਠਦੇ ਨੇ ਆ ਕੇ, ਆਪਣਾ ਕਿਰਿਆ ਕਰਮ ਵੀ ਉੱਥੇ ਹੀ ਕਰਦੇ ਨੇ, ਝੂਠੇ ਨੇ। ਤਾਂ ਇੱਕ ਤੋਂ ਸੁੱਚੇ ਹੋ ਜਾਣਗੇ। ਤੁਸੀਂ ਕਹੋਗੇ ਪਾਣੀ ਨਾਲ ਧੋ ਲੇ, ਪਾਣੀ ਦੇ ਵਿੱਚ ਮੱਛੀ ਰਹਿੰਦੀ ਹੈ, ਕਈ ਤਰ੍ਹਾਂ ਦੇ ਕਿਰਮ ਰਹਿੰਦੇ ਨੇ, ਪਾਣੀ ਝੂਠਾ ਹੈ। ਪਾਣੀ ਝੂਠਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਝੂਠੀ ਬੈਸ ਪਕਾਇਆ,
जिस धरती ते तू बैठा है धरती झूठी है तेरे कहण अनुसार, क्योंकि इत्थे पता नहीं किन्ने लोग मरे ने, किन्ने लोगों ने पहला अपनी शरीर क्रिया इत्थे गंदगी की होएगी, और हुण तू जिथे बैठा है तेरे करके भी धरती झूठी हो गई। इत्थे बैठ के तू हुण जो पकाएगा वो सुच्चा कित्थों हो जाएगा? तू आप झूठा है, सारियां चीज़ां झूठियां ने। झूठी कड़छी परोसण लागा, झूठे ही बैठ खाया। भगत जी कहते आ तेरी कड़छी भी झूठी है जिहदे नाल तू परोसना है, ते आ जिहड़े तेरे कोल बैठ के खाण वाले ने जां जिन्ने भी बैठना सब झूठे ही ने, क्योंकि सब कूड़ बोल आहार खाए। ये सब कूड़ी रास कूड़ा वपार, ये सब कूड़ बोलण वाले, लोकां दे विच ऊच नीच नूं देखण वाले, लोकां 'च भरम भेख नूं देखण वाले आप झूठे ने, ते इन्हां नूं सुच कित्थों मिल जाएगी? गोबर झूठा। भगत जी कहते अग बालेगा कि गोबर नाल, ते गोबर भी तो झूठा ही है। देखो ना गोबर जिहड़ा है ये किन्ने किरम ने, ये कित्थों पवित्र हो गया? चौंका झूठा। ते पंडित जी जिथे तुसी बैठे हो ये चौंका झूठा है, ये पवित्र नहीं है, ये धरती पवित्र नहीं है तुहाडे लई, क्योंकि तुसी केवल उत्ते गोबर ही फेरिया है, वो भी तो झूठा सी। तुसी पानी फेरिया है, पानी भी झूठा सी। ये पानी मारन नाल कित्थों सुच्चा हो जाएगा? और झूठी दीनी कारा। पंडित जी ਜਿਹੜੀਆਂ लकीरां वाह दित्तियां ना तुसीं कि लकीरां देखे चौका कड्डी कार, उपर आए बैठे कुड़ियार, मत पिट्टे वे मत पिट्टै, ये अन्न साडा फिट है तन, मन झूठे चूड़ी भरेन, तन फिटे फेड़ करेन। सतगुरु नानक साहब जी कहने मन करके झूठे बंदे जिन्हां दे मन च ही झूठ वसी हुई है, वो चूड़ियां भर के लकीरां दे के जां गोबर फेर के कहण कि हुण सुच्चे हो गए ने, ये एक बड़ा वड्डा अडंबर है, पखंड है। कहण लगे कि आ तेरी अग झूठी, गोबर झूठा, पानी झूठा, उत्थे लकीरां भी झूठियां फेर दित्तियां ने। सुच्चा कमन थां, किहड़ी थां सुची है, किहड़ी थां पवित्र है? जिस बिरती नाल तू देखदा है कोई थां तैनूं पवित्र नहीं मिलेगी। ये भरम है कि मैं इत्थे हुण गोबर फेर लिया ये सुच्चा हो गया। सतगुरु जी कहते चंगी तरह विचार के देख, गोबर ते आप झूठा है, पानी ते आप झूठा है, तू आप झूठा है, ये सुच्चा किवें हो गया? हुण सुच्चा बन किवें सकदा है बंदा, जां सच है की है? कह कबीर तेई नर सूचे, साची परी विचारा। बाबा कबीर साहब जी कहणगे पंडित जी इदां झूठ नहीं उतरनी जिदा तुसीं उतारन लगे हो। झूठ उतारन का तरीका ये नहीं है कि गोबर फेर लो तो झूठ उतर गई, पानी फेर लो झूठ उतर गई, जां किसी रेत ना मांज लो झूठ उतर गई। सफाई चंगी है, पर झूठ कदों उतरदी है? कह कबीर तेई नर सूचे, साची परी विचारा। बाबा कबीर साहब जी कहणगे सुचे ते वो लोग ने जिहड़े सच दी विचार करते हैं, जिहड़े सच नूं सुणदे ने, जिहड़े सच दे नाल जुड़े हुए ने। सुचे लोगों की गल की सतगुरु जी ने, मन साचा मुख साचा सोए, अवर न पेखै एक बिन कोय, नानक ए लक्षण ब्रह्म ज्ञानी होए। जिहदे मन विच सच है, जिहदी रसना ते सच है, मुख तो जिहड़ा सच बोलदा है, जिहड़ा कन्नां नाल सच सुनदा है, जिहड़ा सच्ची सुची किरत करदा है, सच दी कमाई करदा है, सच दा साथ दिंदा है, सतगुरु जी कहते वो सुच्चा है। केवल गोबर फेरना सुचिया नहीं हो जाना, केवल कपड़े खास किस्म के पाउण दे नाल सुचिया नहीं हो जाना। मत्थे टिक्का तेड़ धोकी खाई, हथ छुरी जगत कसाई, नील बस्त्र पैर हुए प्रवाण, मलेश धान ले पूजे प्राण। केवल मत्थे ते टिक्का लाउण दे नाल, कखाई धोती बन्नण दे नाल, गल विच जनेऊ पाउण नाल कुछ सुच्चा नहीं हो जाएगा। ये गल कल्ली पंडित ने नहीं, साडे लिए भी है। कल्ले कुछ चिट्टे कपाउण पाउण दे नाल जां बाहरों गुरु दे बख्शे होए ककार पाउण नाल सुच्चा नहीं हो जाएगा, जिन्ना चिर अंदर बाणी नहीं वसेगी, जिन्ना चिर गुरु का उपदेश अंदर नहीं वसेगा। जे अंदर गुरु का उपदेश नहीं जी करके बंदा मैला है, तो सतगुरु जी कहते जियो मैले बाहरों निर्मल, बाहरों निर्मल जियो तां मैले तिनी जन्म जूवे हारिया। जिहड़ा बंदा अंदरों मैला है वो बाहरों
ਪਵਿੱਤਰਤਾ ਰੱਖਣ ਨਾਲ ਕਿਵੇਂ ਪਵਿੱਤਰ ਹੋ ਜਾਏਗਾ? ਬਾਹਰੋਂ ਸੋਚ ਸੰਜਮ ਰੱਖਣ ਨਾਲ ਕਿਵੇਂ ਪਵਿੱਤਰ ਹੋ ਜਾਏਗਾ? ਗੱਲ ਤਾਂ ਜੀ ਨੂੰ ਪਵਿੱਤਰ ਕਰਨ ਦੀ ਹੈ ਕਿ ਅੰਦਰੋਂ ਆਪਾਂ ਆਪਣੇ ਝੂਠ ਨੂੰ ਕੱਢ ਦਈਏ, ਨਫ਼ਰਤ ਨੂੰ ਕੱਢ ਦਈਏ, ਈਰਖਾ ਨੂੰ ਕੱਢ ਦਈਏ, ਹੰਕਾਰ ਨੂੰ ਕੱਢ ਦਈਏ। ਅੰਦਰੋਂ ਝੂਠਾ ਬੰਦਾ ਕਦੋਂ ਹੁੰਦਾ ਹੈ? ਜਦੋਂ ਅੰਦਰ ਹੰਕਾਰ ਹੈ। ਅੰਦਰੋਂ ਝੂਠਾ ਬੰਦਾ ਕਦੋਂ ਹੁੰਦਾ? ਜਦੋਂ ਅੰਦਰ ਬੇਈਮਾਨੀ ਹੈ। ਅੰਦਰੋਂ ਝੂਠਾ ਬੰਦਾ ਕਦੋਂ ਹੁੰਦਾ? ਜਦੋਂ ਅੰਦਰ ਮਨੁੱਖ ਦੇ ਈਰਖਾ ਹੈ, ਕ੍ਰੋਧ ਹੈ, ਵੈਰ ਵਿਰੋਧ ਹੈ, ਵਿਕਾਰ ਭਰੇ ਪਏ ਨੇ, ਔਗਣ ਭਰੇ ਅੰਦਰ, ਤੇ ਬੰਦੇ ਦੇ ਕੂੜ ਹੀ ਭਰਿਆ ਪਿਆ। ਸਤਿਗੁਰੂ ਜੀ ਨੇ ਕਿਹਾ ਸੀ ਭਰੀਏ ਮਤ ਪਾਪਾਂ ਕੇ ਸੰਗ। ਮਤ ਤੇ ਪਾਪਾਂ ਦੇ ਨਾਲ ਭਰੀ ਹੋਈ ਹੈ। ਤੇ ਬਾਹਰੋਂ ਮੈਂ ਕਹਾਂ ਜੀ ਮੈਂ ਬੜਾ ਪਵਿੱਤਰ ਹੈ, ਮੈਂ ਬੜੇ ਧਰਮ ਕਰਮ ਕਰ ਰਿਹਾ, ਸਤਿਗੁਰੂ ਜੀ ਕਹਿੰਦੇ ਤੇ ਪਖੰਡੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ 'ਚ ਸਾਨੂੰ ਨਿਰੋਲ ਸੱਚ ਦੇ ਧਾਰਨੀ ਬਣਨ ਦੀ ਪ੍ਰੇਰਣਾ ਕੀਤੀ ਹੈ। ਧਰਮ ਅਸਥਾਨ ਸੱਚ ਨਾਲ ਜੁੜਨ ਦੇ ਲਈ ਨੇ। ਧਰਮ ਗ੍ਰੰਥ ਸੱਚ ਦੀ ਸੋਝੀ ਪ੍ਰਾਪਤ ਕਰਨ ਦੇ ਲਈ ਨੇ। ਧਰਮ ਹੈ ਹੀ ਸੱਚ ਦੇ ਮਾਰਗ ਤੇ ਚੱਲਣ ਦਾ ਇੱਕ ਤਰੀਕਾ ਹੈ। ਕੱਪੜੇ ਪਾਉਣਾ ਕੋਈ ਧਰਮ ਨਹੀਂ ਹੈ, ਧਰਮ ਸਥਾਨ ਤੇ ਬੈਠਣਾ ਕੋਈ ਧਰਮ ਨਹੀਂ ਹੈ, ਕੋਈ ਖਾਸ ਕਰਮ ਕਰ ਲੈਣਾ ਧਰਮ ਨਹੀਂ ਹੈ। ਧਰਮ ਗ੍ਰੰਥ ਅਸੀਂ ਪੜ੍ਹਦੇ ਹਾਂ ਕਿ ਸਾਨੂੰ ਧਰਮ ਦੀ ਸੋਝੀ ਮਿਲ ਜਾਏ, ਧਰਮ ਦਾ ਗਿਆਨ ਮਿਲ ਜਾਏ। ਧਰਮ ਅਸਥਾਨ ਤੇ ਅਸੀਂ ਆਉਂਦੇ ਕਿ ਸਾਨੂੰ ਇੱਥੋਂ ਧਰਮ ਦੀ ਕੋਈ ਪ੍ਰੇਰਣਾ ਮਿਲੇ, ਧਰਮ ਦੀ ਸਾਨੂੰ ਸੋਝੀ ਮਿਲ ਜਾਏ। ਧਰਮ ਹੈ ਕੀ ਹੈ? ਧਰਮ ਦਾ ਅਰਥ ਹੈ ਡਿਊਟੀ। ਧਰਮ ਦਾ ਅਰਥ ਹੈ ਧਰਤੀ ਤੇ ਧਾਰਨ ਯੋਗ ਗੁਣ। ਉਹ ਦੁਨੀਆ ਦੇ ਸਾਰੇ ਚੰਗੇ ਗੁਣ ਜਿਹੜੇ ਧਾਰਨ ਯੋਗ ਨੇ ਉਹਨੂੰ ਹੀ ਧਰਮ ਕਿਹਾ ਜਾਂਦਾ ਹੈ। ਦੇਖੋ ਨਾ, ਕੋਈ ਬੰਦਾ ਬੜਾ ਪਰਉਪਕਾਰੀ ਹੋਏ, ਉਹ ਕਿਸੇ ਵੀ ਮਤ ਮਜ਼ਹਬ 'ਚ ਹੋਏ ਨਾ, ਉਹ ਬਾਹਰੋਂ ਕਿਹੋ ਜਿਹਾ ਉਹ ਗੱਲ ਵੱਖਰੀ ਹੈ, ਲੇਕਿਨ ਉਹ ਪਰਉਪਕਾਰੀ ਹੈ, ਦੁਖੀਆਂ ਦੀ ਮਦਦ ਕਰਦੇ, ਕਹਿੰਦੇ ਬੜਾ ਧਰਮੀ ਬੰਦਾ ਹੈ। ਹੁਣ ਉਹਦੀ ਪਹਿਚਾਣ ਕੀ ਸੀ? ਉਹਦੀ ਪਰਉਪਕਾਰੀ ਬਿਰਤੀ। ਕਿਤੇ ਭੁੱਖਿਆਂ ਨੂੰ ਕੋਈ ਰੋਟੀ ਦਿੰਦਾ ਹੈ, ਕਿਤੇ ਰੋਗੀਆਂ ਨੂੰ ਕੋਈ ਦਵਾਈ ਦਿੰਦਾ ਹੈ, ਦੁਖੀਆਂ ਦੀ ਕੋਈ ਸੇਵਾ ਕਰਦਾ ਹੈ, ਜਾਂ ਕੋਈ ਹੋਰ ਪਰਉਪਕਾਰ ਕਰਦੇ ਨਾ ਸਮਾਜ 'ਚ, ਆਪਾਂ ਕਹਿੰਦੇ ਬੜਾ ਧਰਮੀ ਬੰਦਾ ਹੈ। ਹੁਣ ਉਹਦਾ ਧਰਮ ਕੱਪੜਿਆਂ ਕਰਕੇ ਨਹੀਂ ਅਸੀਂ ਗਿਣ ਰਹੇ, ਉਹਦਾ ਧਰਮ ਉਹਦੇ ਕਰਮ ਕਰਕੇ ਗਿਣ ਰਹੇ ਹਾਂ। ਉਹਦੀ ਕੀਤੇ ਹੋਏ ਕੰਮਾਂ ਕਰਕੇ ਅਸੀਂ ਪਹਿਚਾਣ ਕਰ ਰਹੇ ਹਾਂ। ਉਹ ਇਹ ਨਹੀਂ ਦੇਖਿਆ ਕਿ ਉਹ ਕਿਹੜੀ ਬਰਾਦਰੀ 'ਚੋਂ ਹੈ, ਕਿਹੜੇ ਘਰਾਣੇ 'ਚੋਂ। ਬਹੁਤ ਸਾਰੇ ਇਹੋ ਜਿਹੇ ਲੋਕ ਨੇ ਪਰਉਪਕਾਰੀ, ਰੱਬ ਦੇ ਪਿਆਰੇ, ਜਿਹੜੇ ਥਾਂ ਥਾਂ ਤੇ ਸਮਾਜ ਵਿੱਚ ਪਰਉਪਕਾਰ ਕਰ ਰਹੇ ਨੇ। ਅਸੀਂ ਉਹਨਾਂ ਨੂੰ ਦੇਖ ਕੇ ਕਹਿੰਦੇ ਬੜਾ ਧਰਮੀ ਬੰਦਾ ਹੈ। ਧਰਮੀ ਦਾ ਅਰਥ ਕਿ ਇਹਦੇ 'ਚ ਗੁਣ ਨੇ, ਧਰਮ ਵਾਲੇ ਗੁਣ, ਧਾਰਨ ਯੋਗ ਗੁਣ ਜਿਹੜੇ ਨੇ, ਉਹਨੂੰ ਆਪਾਂ ਧਰਮ ਕਹਿੰਦੇ ਹਾਂ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਜ਼ਿੰਦਗੀ ਦਾ ਧਰਮ ਤਾਂ ਸੀ ਸੱਚ ਨਾਲ ਜੁੜਨਾ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰੇ ਧਰਮਾਂ ਤੋਂ ਸ੍ਰੇਸ਼ਟ ਧਰਮ ਸੀ ਪ੍ਰਮਾਤਮਾ ਦਾ ਨਾਮ ਜਪਣਾ ਤੇ ਨਿਰਮਲ ਕਰਮ ਕਰਨੇ। ਨਿਰਮਲ ਮੈਲ ਤੋਂ ਰਹਿਤ ਕਰਮ, ਜਿਹਦੇ ਵਿੱਚ ਕੋਈ ਮੈਲ ਨਾ ਹੋਏ, ਕਿਸੇ ਦਾ ਦਿਲ ਨਾ ਦਿਖਾਈਏ, ਕਿਸੇ ਦਾ ਹੱਕ ਨਾ ਮਾਰੀਏ, ਮੈਲ ਤੋਂ ਰਹਿਤ ਕਰਮ ਕਰਨੇ, ਇਹ ਧਰਮ ਸੀ। ਅਸੀਂ ਸੋਚਿਆ ਕਿ ਕੱਪੜੇ ਪਾਉਣਾ ਹੀ ਧਰਮ ਹੈ, ਧਰਮ ਸਥਾਨ ਤੇ ਬੈਠਣਾ ਹੀ ਧਰਮ ਹੈ, ਧਰਮ ਗ੍ਰੰਥ ਪੜ੍ਹਨਾ ਹੀ ਧਰਮ ਹੈ। ਇੱਥੇ ਆ ਕੇ ਅਸੀਂ ਭੁਲੇਖਾ ਖਾ ਗਏ। ਬਾਬਾ ਕਬੀਰ ਸਾਹਿਬ ਜੀ ਇਹੋ ਜਿਹੇ ਵਿਅਕਤੀ ਨੂੰ ਹੀ ਪ੍ਰੇਰਨਾ ਕਰ ਰਹੇ ਨੇ, ਭਾਈ ਜੇ ਤੂੰ ਇਸ ਵਿਚਾਰ 'ਚ ਪਏਗਾ ਕਿ ਇਹ ਥਾਂ ਅਪਵਿੱਤਰ ਹੈ, ਇਹ ਥਾਂ ਝੂਠੀ ਹੈ, ਇਹ ਥਾਂ ਮੈਂ ਹੁਣ ਗੋਬਰ ਫੇਰ ਕੇ ਸੁੱਚੀ ਕਰ ਲਈ ਹੈ, ਕਹਿਣਗੇ ਧਰਤੀ ਤੇ ਕੋਈ ਥਾਂ ਨਹੀਂ ਮਿਲੇਗੀ ਜਿੱਥੇ ਤੂੰ ਬੈਠ ਕੇ ਰੋਟੀ ਖਾ ਸਕੇ। ਸਭ ਧਰਤੀ ਅਪਵਿੱਤਰ ਹੀ ਹੈ ਵੈਸੇ ਤਾਂ। ਕਹਿਣ ਲੱਗੇ ਇਹਨੂੰ, ਜੇ ਬਾਬਾ ਗੁਰਬਾਣੀ ਦਾ ਬਚਨ ਹੈ ਕਿ ਸਾਰੀ ਧਰਤੀ ਜਿਹੜੀ ਭਾਰ ਉਠਾਰੇ ਸਗਲ ਜੁਠਾਰੇ, ਕਿੱਦਾਂ ਤੁਸੀਂ ਰੱਬ ਦੀ ਪੂਜਾ ਕਰੋਗੇ? ਸਤਿਗੁਰੂ ਜੀ ਨੇ ਸਾਨੂੰ ਇਸ ਭਰਮ ਤੋਂ ਮੁਕਤ ਹੋ ਕੇ ਕੇਵਲ ਸੱਚ ਨਾਲ ਜੁੜਨ ਦੀ ਪ੍ਰੇਰਨਾ ਕੀਤੀ ਕਿ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਾਂ, ਪ੍ਰਭੂ ਦੀ ਬੰਦਗੀ ਕਰਦੇ ਹਾਂ, ਗੁਰੂ ਕੇ ਦੱਸੇ ਮਾਰਗ ਤੇ ਚੱਲਦੇ ਹਾਂ, ਨਿਰਮਲ ਕਰਮ ਕਰਨੇ। ਨਿਰਮਲ ਕਰਮ ਦਾ ਅਰਥ ਹੈ ਕਿ ਪਰਉਪਕਾਰ ਦੇ ਕਰਮ ਕਰਨੇ, ਲੋਕਾਂ ਦੇ ਹਿੱਤ ਦੇ ਕਰਮ ਕਰਨੇ। ਸਤਿਗੁਰੂ ਜੀ ਕਹਿੰਦੇ ਫਿਰ ਤੇ ਅਸੀਂ ਸੁੱਚੇ ਹੋ ਸਕਦੇ ਹਾਂ। ਕਹੋ ਨਾਨਕ ਸੱਚ ਤੇ ਆਈਏ, ਸੁੱਚ ਹੋਵੇ ਤਾਂ ਸੱਚ ਪਾਈਏ। ਜਦੋਂ ਅਸੀਂ ਸੱਚ ਦਾ ਸਿਮਰਨ ਕਰਾਂਗੇ, ਸੱਚ ਦੇ ਨਾਲ ਜੁੜਾਂਗੇ, ਸੱਚ ਬੋਲਾਂਗੇ, ਸਾਡੇ ਅੰਦਰ ਜਦੋਂ ਸੱਚ ਵਸ ਜਾਏਗਾ ਤਾਂ ਅਸੀਂ ਸੁੱਚੇ ਹੋਵਾਂਗੇ। ਜੇ ਅੰਦਰ ਕੂੜ ਹੈ, ਬਾਹਰ ਦੇਵ ਬਖਾਲੀਏ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਕਿ ਬਾਹਰੋਂ ਤਾਂ ਆਪਾਂ ਦੇਖਦੇ ਹਾਂ ਸ਼ਰਧਾਲੂ ਲੋਕ ਠਾਕਰ ਦੁਆਰੇ ਜਾ ਕੇ ਦੇਵਤੇ ਦੀ ਪੂਜਾ ਕਰਦੇ ਨੇ, ਬਾਹਰ ਦੇਵ ਬਖਾਲੀਏ, ਬਾਹਰੋਂ ਦੇਵਤਿਆਂ ਦੀ ਪੂਜਾ ਕਰਦੇ ਨੇ। ਪਰ ਕਹਿਣਗੇ ਝੂਠ ਜੀਓ ਮਨ ਮਨ ਜੀਐ। ਸਾਡਾ ਅੰਦਰ ਦੀ ਝੂਠ ਤੇ ਤਾਂ ਲੱਥਣੀ ਹੈ ਜਦੋਂ ਅਸੀਂ ਮਨ ਨੂੰ ਮੰਨਾਂਗੇ। ਮਨ ਨੂੰ ਗੁਰੂ ਕਾ ਇੱਕ ਬਚਨ ਪੜ੍ਹਦੇ ਨਾ ਬੜਾ ਪਿਆਰਾ, ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਕਿ ਜੇ ਤੂੰ ਪਵਿੱਤਰ ਹੋਣਾ ਹੈ ਨਾ, ਸਾਧ ਸੰਗਤ ਵਿੱਚ ਆ ਕੇ ਮੱਜਨ ਕਰ, ਇਸ਼ਨਾਨ ਕਰ, ਉਹਨਾਂ ਦੀ ਚਰਨ ਧੂੜੀ 'ਚ ਇਸ਼ਨਾਨ ਕਰ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ।
ਤੇ ਅਖੀਰ ਤੇ ਸਤਿਗੁਰੂ ਜੀ ਨੇ ਇੱਕ ਗੱਲ ਕਹੀ ਬੜੀ ਇਨਕਲਾਬੀ, ਕਹਿੰਦੇ ਕਿ ਸੁੱਚਾ ਉਹ ਨਹੀਂ ਹੈ ਜਿਨੇ ਨਹਾ ਲਿਆ ਤੇ ਚਿੱਟੇ ਕੱਪੜੇ ਪਾ ਲਏ ਨੇ, ਮਾਗ ਸੁੱਚੇ ਸੇ ਕਾਢੀਏ ਜਿਨ ਪੂਰਾ ਗੁਰ ਮਿਹਰਬਾਨ। ਸੁੱਚੇ ਉਹ ਨੇ ਜ਼ਿੰਦਗੀ ਅੰਦਰ ਜਿਨ੍ਹਾਂ ਤੇ ਪੂਰਾ ਗੁਰੂ ਰਹਿਮਤ ਕਰ ਦਿੰਦਾ ਹੈ, ਜਿਨ੍ਹਾਂ ਤੇ ਪਰਮਾਤਮਾ ਦੀ ਦਇਆ ਦ੍ਰਿਸ਼ਟੀ ਹੋ ਜਾਂਦੀ ਹੈ। ਪਰ ਜੇ ਮੈਂ ਉਵੇਂ ਹੀ ਕਹਾਂ ਕਿ ਮੈਂ ਖਾਸ ਕੱਪੜੇ ਪਾ ਕੇ ਖਾਸ ਕਰਮ ਕਰਕੇ ਸੁੱਚਾ ਹੋ ਗਿਆ, ਸਤਿਗੁਰੂ ਜੀ ਕਹਿੰਦੇ ਇਹ ਤੇ ਇੱਕ ਪਖੰਡ ਹੀ ਹੈ। ਦੇਖੋ ਬਾਹਰਲੀ ਦੁਨੀਆ 'ਚ ਅਸੀਂ ਦੇਖਦੇ ਨਾ, ਅਸੀਂ ਵਪਾਰ ਕਰਦੇ ਹਾਂ ਜਾਂ ਹੋਰ ਵਿਹਾਰ ਕਰਦੇ ਸੰਸਾਰਕ ਤੌਰ ਤੇ, ਉੱਥੇ ਪਖੰਡ ਨਹੀਂ ਚੱਲਦਾ, ਉੱਥੇ ਅਸਲੀਅਤ ਚੱਲਦੀ। ਅਸੀਂ ਮਾਰਕੀਟ 'ਚ ਕੋਈ ਸੌਦਾ ਵੀ ਖਰੀਦੇ, ਅਸੀਂ ਚਮਕ ਦਮਕ ਨਹੀਂ ਦੇਖਦੇ, ਅਸੀਂ ਉੱਥੇ ਪਰਖ ਕਰਦੇ, ਕੁਆਲਿਟੀ ਦੇਖਦੇ, ਉਹਦੀ ਕੁਆਲਿਟੀ। ਉਹਦੀ ਜਦੋਂ ਕੁਆਲਿਟੀ ਸਾਨੂੰ ਪਸੰਦ ਆ ਜੇ ਅਸੀਂ ਚੀਜ਼ ਖਰੀਦ ਲੈਂਦੇ ਹਾਂ। ਜਿਹੜਾ ਚਮਕ ਦਮਕ ਦੇਖ ਕੇ ਖਰੀਦੇਗਾ ਉਹ ਧੋਖਾ ਖਾ ਜਾਏਗਾ, ਇੱਕ ਵਾਰੀ ਖਾਏਗਾ ਦੂਜੀ ਵਾਰ ਨਹੀਂ ਖਾਂਦਾ, ਸੋਚ ਸਮਝ ਕੇ ਸੌਦਾ ਕਰੇਗਾ। ਤੇ ਗੁਰੂ ਬਾਬਾ ਜੀ ਨੇ ਸਾਨੂੰ ਧਰਮ ਦੀ ਦੁਨੀਆ 'ਚ ਵਿਚਰਦਿਆਂ ਬੜੀਆਂ ਅੱਖਾਂ ਖੋਲ ਕੇ ਵਿਚਰਨ ਦੀ ਗੱਲ ਕੀ ਕਹਿਣਗੇ, ਸੁਣ ਮੁੰਦੇ ਹਰਣਾਖੀਏ ਗੂੜਾ ਵਹਿਣ ਅਪਾਰ, ਪਹਿਲਾਂ ਵਸਤ ਸਜਾਣ ਕੇ ਤਾਂ ਕੀਚੈ ਵਾਪਾਰ। ਹਰਣਾਖੀ ਦਾ ਅਰਥ ਕਿ ਹਿਰਨ ਦੀਆਂ ਅੱਖਾਂ ਵਾਂਗੂ, ਜਿਵੇਂ ਹਿਰਨ ਦੀਆਂ ਅੱਖਾਂ ਬੜੀਆਂ ਸੋਹਣੀਆਂ ਹੁੰਦੀਆਂ ਨੇ, ਇਵੇਂ ਚੰਗੀ ਅਕਲ ਵਾਲੇ ਹਿਰਨ ਦੀਆਂ ਅੱਖਾਂ ਵਾਂਗੂ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ ਪ੍ਰਾਣੀ ਗੂੜਾ ਵਹਿਣ ਅਪਾਰ। ਇੱਕ ਬੜੀ ਗੂੜ੍ਹੀ ਰਮਜ, ਵੈਣ ਦਾ ਅਰਥ ਵਚਨ, ਇੱਕ ਬੜਾ ਡੂੰਘਾ ਬਚਨ ਤੈਨੂੰ ਦੱਸਾਂ, ਉਹ ਹੈ ਕਿ ਪਹਿਲਾਂ ਵਸਤ ਸਜਾਣ ਕੇ ਤਾਂ ਕੀਚੇ ਵਪਾਰ। ਧਰਮ ਦੀ ਦੁਨੀਆ 'ਚ ਵਿਚਰਿਆ ਤੇ ਇੱਥੇ ਬੜਾ ਤੈਨੂੰ ਅੱਖਾਂ ਖੋਲ ਕੇ ਵਿਚਰਨਾ ਪਏਗਾ। ਵਸਤੂ ਦੀ ਪਰਖ ਕਰ, ਭੇਖ ਦੇਖ ਕੇ ਨਾ ਡਿੱਗ ਪਈ ਕਿਤੇ, ਅਡੰਬਰ ਦੇਖ ਕੇ ਨਾ ਦੇਖ ਪਈ ਕਿ ਬੜੀ ਸੁੱਚ ਸੰਜਮ ਹੈ ਜੀ। ਉੱਥੇ ਜੀ ਇਸ ਤਰੀਕੇ ਨਾਲ ਆਹ ਮਰਜ਼ਾਦਾ ਵਰਤੀ ਜਾਂਦੀ, ਇਹੀ ਕੁਝ ਕਹਿੰਦੇ ਨਾ ਆ ਕੇ ਆਪਾਂ, ਉੱਥੇ ਤੇ ਇਹ ਮਰਜ਼ਾਦਾ ਵਰਤੀ ਜਾਂਦੀ, ਉੱਥੇ ਜੀ ਪੁੱਛੋ ਹੀ ਕੁਝ ਨਾ, ਇੰਨਾ ਕੁਝ ਕੀਤਾ ਜਾਂਦਾ। ਸਾਨੂੰ ਸਾਡੇ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਦੀ ਗੱਲ ਕਹੀ ਹੈ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨਾਲ ਜੁੜਨਾ। ਜਿੱਥੇ ਗੁਰਬਾਣੀ ਦੀ ਵਿਚਾਰਧਾਰਾ ਹੀ ਨਹੀਂ ਹੈ, ਜਿੱਥੇ ਗੁਰਬਾਣੀ ਦਾ ਸਿਧਾਂਤ ਹੀ ਨਹੀਂ ਹੈ, ਜਿੱਥੇ ਗੁਰਬਾਣੀ ਦੀ ਮਾਣ ਮਰਜ਼ਾਦਾ ਹੀ ਨਹੀਂ ਹੈ, ਉਹ ਥਾਂ ਜਿੰਨਾ ਮਰਜ਼ੀ ਅਡੰਬਰ ਕਰ ਲੈ ਸਾਡੇ ਲਈ ਸੁੱਚਾ ਨਹੀਂ ਹੋ ਸਕਦਾ, ਉਹ ਸਾਡੇ ਲਈ ਵਧੀਆ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਗੱਦੀ ਪੰਥ ਵਿੱਚ ਪ੍ਰਵਾਨ ਹੈ। ਗੱਲ ਚੇਤੇ ਰੱਖਿਓ, ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਗੱਦੀ ਪੰਥ ਵਿੱਚ ਇੱਕੋ ਹੀ ਗੱਦੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਗੁਰੂ ਗ੍ਰੰਥ ਨੂੰ ਦੇ ਕੇ ਗਏ ਨੇ, ਪੰਥ ਨੂੰ ਵੀ ਜ਼ਿੰਮੇਵਾਰੀ ਦੇ ਕੇ ਗਏ ਨੇ। ਤੇ ਅੱਜ ਥਾਂ ਥਾਂ ਫਲਾਣੇ ਦੀ ਗੱਦੀ ਤੇ ਬੈਠਾ ਜੀ, ਫਲਾਣੇ ਦੀ ਗੱਦੀ ਤੇ ਬੈਠਾ, ਪਤਾ ਨਹੀਂ ਕਿੰਨੀਆਂ ਗੱਦੀਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਵੇਲੇ 22 ਗੱਦੀਆਂ ਲਾ ਕੇ ਬੈਠੇ, ਹੁਣ ਤੇ ਪਤਾ ਨਹੀਂ ਹਜ਼ਾਰਾਂ ਹੀ ਗੱਦੀਆਂ ਵਾਲੇ ਹੋਣਗੇ। ਗੁਰਮਤ ਦੇ ਅੰਦਰ, ਸਿੱਖ ਸਮਾਜ ਦੇ ਅੰਦਰ ਸਿਰਫ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਦੀ ਹੀ ਪ੍ਰਵਾਨ ਹੈ। ਬਾਕੀ ਮਨਮਤ ਦੀਆਂ ਗੱਦੀਆਂ ਮਗਰ ਨਹੀਂ ਜਾਣਾ ਆਪਾਂ, ਕਿ ਉੱਥੇ ਤੇ ਜੀ ਪੁੱਛੋ ਕੋਈ ਨਾ, ਬੜੀ ਸੋਚ ਸੰਜਮ ਹੈ ਜੀ, ਬਸ ਮਨ ਖੁਸ਼ ਹੋ ਗਿਆ ਜੀ, ਏਡੀ ਵੱਡੀ ਮਾਣ ਮਰਜ਼ਾਦਾ ਉੱਥੇ। ਮਸਲਾ ਹੈ ਕਿ ਉੱਥੇ ਸ਼ਬਦ ਦੀ ਵਡਿਆਈ ਕਿੰਨੀ ਕੁ ਹੈ, ਸ਼ਬਦ ਨਾਲ ਜੁੜ ਕੇ ਸੱਚ ਦੇ ਧਾਰਨੀ ਬਣਦੀ ਕਿੰਨੀ ਕੁ ਪ੍ਰੇਰਣਾ ਕੀਤੀ ਜਾਂਦੀ ਹੈ, ਕਿ ਜਾਂ ਕੇਵਲ ਬਾਹਰਲਾ ਅਡੰਬਰ ਕਰਕੇ ਹੰਕਾਰ ਹੀ ਸਾਡੇ ਹਿਰਦਿਆਂ 'ਚ ਵਧਾਇਆ ਜਾਂਦਾ। ਬਾਬਾ ਕਬੀਰ ਸਾਹਿਬ ਜੀ ਨੇ ਗੱਲ ਭਾਵੇਂ ਇੱਕ ਪੰਡਤ ਦੀ ਕੀਤੀ, ਕਹੋ ਪੰਡਤ ਸੂਚਾ ਕਮਨ ਠਾਉ ਜਹਾਂ ਪੈਸ ਹਉ ਭੋਜਨ ਖਾਉ। ਉਹ ਪੰਡਤ ਜੀ ਕਿਹੜਾ ਥਾਂ ਸੁੱਚਾ ਹੈ ਧਰਤੀ ਤੇ ਜਿੱਥੇ ਬੈਠ ਕੇ ਰੋਟੀ ਪਾਣੀ ਖਾ ਸਕਾਂਗੇ ਆਪਾਂ? ਇਹ ਤੇ ਕੋਈ ਵੀ ਸੁੱਚਾ ਨਹੀਂ ਹੋਏਗਾ ਜਿੱਦਾਂ ਤੋਂ ਕਰ ਰਹੇ ਹਾਂ। ਕਿੰਨੀ ਦੁਨੀਆ ਮਰੀ ਹੈ, ਕਿੰਨੇ ਕੀੜੇ ਮਕੌੜੇ ਮਰਦੇ ਨੇ, ਕਿੱਥੇ ਗੰਦਗੀ ਧਰਤੀ ਤੇ ਪਈ ਹੁੰਦੀ ਜਿੱਥੇ ਅਸੀਂ ਰਹਿ ਰਹੇ ਹਾਂ। ਪਤਾ ਨਹੀਂ ਕਿੰਨੇ ਕੁ ਲੋਕ ਜੇ ਤਾਂ ਆਸਣਾ ਬੈਠੇ ਕਿਤੇ ਬਹਿਸ ਗਿਆ, ਕਿੰਨੇ ਆਏ ਤੇ ਚਲੇ ਗਏ ਇਸ ਧਰਤੀ ਤੋਂ। ਤੂੰ ਕਹਿਣਾ ਕਿ ਸੁੱਚੀ ਧਰਤੀ ਮੈਂ ਕਰ ਲਈ ਹੈ ਗੋਬਰ ਫੇਰ ਕੇ, ਇਹ ਧਰਤੀ ਮਾੜੀ ਹੈ ਉਹ ਚੰਗੀ ਹੈ। ਕਹਿਣਗੇ ਸੁੱਚਾ ਤੇ ਉਦੋਂ ਬੰਦਾ ਬਣਦਾ ਹੈ, ਕਹਿ ਕਬੀਰ ਤੇਈ ਨਰ ਸੂਚੇ ਸਾਚੀ ਭਰੀ ਵਿਚਾਰਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਉਹ ਮਨੁੱਖ ਸੱਚੇ ਨੇ, ਸੁੱਚੇ ਨੇ, ਪਵਿੱਤਰ ਨੇ, ਜਿਨ੍ਹਾਂ ਦੇ ਅੰਦਰ ਸੱਚ ਦੀ ਵਿਚਾਰ ਵਸ ਗਈ ਹੈ। ਜੇ ਅੰਦਰ ਸੱਚ ਨਹੀਂ ਹੈ ਤੇ ਮਨੁੱਖ ਬਾਹਰੋਂ ਕੱਪੜੇ ਪਾਇਆ ਸੁੱਚਾ ਨਹੀਂ ਹੋ ਸਕਦਾ। ਜੇ ਅੰਦਰ ਸੱਚ ਨਹੀਂ ਹੈ, ਮਨੁੱਖ ਬਾਹਰੋਂ ਨਹਾਤਿਆਂ ਧੋਤਿਆਂ ਸੁੱਚਾ ਨਹੀਂ ਹੋ ਸਕਦਾ। ਗੁਰਬਾਣੀ ਨੇ ਸਾਨੂੰ ਸੱਚ ਦੇ ਧਾਰਨੀ ਬਣਨ ਦੀ ਗੱਲ ਕਹੀ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਜੇ ਤੁਸੀਂ ਇਸ ਮਾਰਗ ਤੇ ਚੱਲੋਗੇ, ਸੱਚਾ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ। ਅੱਜ ਤੁਸੀਂ ਬਾਹਰੋਂ ਅਡੰਬਰ ਕਰਕੇ ਲੋਕਾਂ 'ਚ ਆਪਣੀ ਪ੍ਰਤਿਸ਼ਠਾ ਬਣਾ ਲਓਗੇ। ਬਹੁਤ ਸਾਰੇ ਇਹੋ ਜਿਹੇ ਲੋਕ ਨੇ ਅਡੰਬਰ ਕਰਕੇ ਲੋਕਾਂ 'ਚ ਆਪਣੀ ਵਾਹ ਬਣਾ ਲੈਂਦੇ ਨੇ, ਪਰ ਜਿਹੜਾ ਉਹ ਕੂੜ ਅੰਦਰੋਂ ਪ੍ਰਗਟ ਨਹੀਂ ਹੋ ਜਾਂਦਾ। ਕੂੜ ਜਿਹੜਾ ਨਾ ਬਹੁਤਾ ਚਿਰ ਢੱਕਿਆ ਨਹੀਂ ਰਹਿੰਦਾ, ਕੂੜ ਆਖਰ ਪ੍ਰਗਟ ਹੋ ਜਾਂਦਾ। ਤੁਸੀਂ ਗੰਦਗੀ ਨੂੰ ਕਿੰਨਾ ਕੁ ਚਿਰ ਲੁਕਾ ਕੇ ਰੱਖੋਗੇ, ਉਹ ਤੇ ਬੂ ਬਾਹਰ ਆ ਹੀ ਜਾਣੀ ਹੈ ਨਾ। ਉਹ ਜਿਹੜਾ ਅੰਦਰ ਕੂੜਾ ਭਰਿਆ ਹੁੰਦਾ, ਜਦੋਂ ਬਾਹਰ ਆਉਂਦਾ ਨਾ ਤੇ ਅਡੰਬਰ ਇੱਕਦਮ ਟਹਿ ਢੇਰੀ ਹੋ ਜਾਂਦਾ। ਆ ਬਹੁਤ ਨੇ ਇਸ ਵੇਲੇ ਸਾਡੇ ਆਲੇ ਦੁਆਲੇ ਇਹੋ ਜਿਹੇ ਅੱਡੇ, ਜਿਹੜੇ ਬਾਹਰੋਂ ਅਡੰਬਰ ਬੜਾ ਹੈ, ਧਰਮ ਦੇ ਨਾਂ ਤੇ ਦਿਖਾਵਾ ਬੜਾ ਹੈ,
ਪਰ ਅੰਦਰ ਸੱਚ ਦੀ ਸੁੱਚ ਦੀ ਗੱਲ ਨਹੀਂ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸੁੱਚਾ ਉਦੋਂ ਬਣਦੇ ਆ, ਸੁੱਚੀ ਹਰ ਚੀਜ਼ ਉਦੋਂ ਹੁੰਦੀ ਜਦੋਂ ਸਾਡੇ ਅੰਦਰ ਸੱਚ ਵਸ ਜਾਏ। ਜਿਸ ਮਨੁੱਖ ਦੇ ਅੰਦਰ ਸੱਚ ਹੈ ਉਹਨੂੰ ਤੇ ਸਾਰੇ ਥਾਵਾਂ ਤੇ ਸੱਚ ਹੀ ਨਜ਼ਰ ਆਏਗਾ। ਜਿਸ ਮਨੁੱਖ ਨੇ ਅੰਦਰੋਂ ਸੱਚ ਨੂੰ ਪ੍ਰਾਪਤ ਕਰ ਲਿਆ ਉਹ ਤਾਂ ਫਿਰ ਦੇਖਦਾ ਹੈ ਸਾਰੀ ਧਰਤੀ ਪ੍ਰਮਾਤਮਾ ਦੀ ਹੈ, ਸਾਰੇ ਲੋਕ ਪ੍ਰਮਾਤਮਾ ਦੇ ਨੇ, ਇੱਥੇ ਕੋਈ ਬੁਰਾ ਨਹੀਂ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਗੋਬਿੰਦ ਤੋਂ ਬਿਨਾਂ ਕੁਝ ਵੀ ਨਜ਼ਰ ਨਹੀਂ ਆਉਂਦਾ। ਉਹ ਫਿਰ ਇਸ ਵਿਚਾਰ 'ਚ ਨਹੀਂ ਪੈਂਦਾ ਕਿ ਇਹ ਥਾਂ ਮਾੜੀ, ਇਹ ਚੰਗੀ, ਇਹ ਦਿਨ ਚੰਗਾ, ਆਹ ਮਾੜਾ, ਆਹ ਬੰਦਾ ਮਾੜਾ, ਆਹ ਚੰਗਾ। ਇਹ ਵਿਚਾਰ ਉਹਨਾਂ ਚਿਰ ਨੇ ਜਿੰਨਾ ਚਿਰ ਮਨੁੱਖ ਆਪ ਅੰਦਰੋਂ ਸੱਚ ਦਾ ਧਾਰਨੀ ਨਹੀਂ ਬਣਿਆ। ਬਾਬਾ ਕਬੀਰ ਸਾਹਿਬ ਜੀ ਕਹਿਣਗੇ ਸੁੱਚਾ ਉਦੋਂ ਬਣੋਗੇ ਭਾਈ ਜਦੋਂ ਅੰਦਰ ਸੱਚ ਦੀ ਵਿਚਾਰ ਟਿਕ ਗਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਗੁਰੂ ਸਾਹਿਬ ਜੀ ਦੇ ਇਹ ਬਾਬਾ ਕਬੀਰ ਸਾਹਿਬ ਜੀ ਦੇ ਇਹ ਮਹਾਨ ਇਨਕਲਾਬੀ ਵਚਨ ਜਿਹੜੇ ਧਰਮ ਦੀ ਦੁਨੀਆ ਦੇ ਅੰਦਰ ਸੱਚ ਦੇ ਧਾਰਨੀ ਬਣਨ ਦੀ ਪ੍ਰੇਰਣਾ ਕਰਦੇ ਨੇ, ਪਖੰਡ ਦੀ ਜੋ ਅਡੰਬਰ ਹੈ ਉਸ ਨੂੰ ਖਤਮ ਕਰਦੇ ਨੇ, ਸਾਡੇ ਹਿਰਦੇ 'ਚ ਵਸਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਨੂੰ ਨਾਮ ਬਾਣੀ ਦਾ ਪਿਆਰ ਬਖਸ਼ਣ, ਸਤ ਸੰਗਤ ਦੀ ਪ੍ਰੀਤ ਬਖਸ਼ਣ ਜੀ। ਪਿਆਰ ਸਹਿਤ ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।